ਇੱਥੇ ਬਹੁਤ ਸਾਰੇ ਲੀਡਰ ਨੇ ਜੋ ਇੱਕ ਇੱਕ ਹਫ਼ਤੇ ਦੇ ਵਿੱਚ 1-1 ਕਰੋੜ ਰੁਪਇਆ ਸੋਸ਼ਲ ਮੀਡੀਆ ਤੇ ਖਰਚ ਕਰਦੇ ਨੇ। ਡੈਮੋਕ੍ਰੇਸੀ ਕਲੀਨ ਹੋਣੀ ਚਾਹੀਦੀ ਹੈ। तो मैनू तो देखो अमृतसर की जनता ने इस वास्ते तैयार किया है और मेरा जो इलैक्शन कैंपेनिंग का जो तरीका है उन्होंने ही डिसाइड किया है। डेमोक्रेसी नू लीडर ने हाईजैक किया हुआ है तो उस सिस्टम नू बदल देना है। जो अकाली दल है ना एक प्राइवेट लिमिटेड कंपनी बनकर रह गई, एक परिवार तक सिमट के रह गई है। तुसीं देख रहे हो द अनम्यूट, मैं रणदीप सिंह। 2022 ਦੀ ਇਲੈਕਸ਼ਨ ਨੂੰ ਲੈ ਕੇ ਸਾਰੇ ਨੇਤਾ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਨੇ। ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਕਿ ਸੀਟ ਨੂੰ ਜਿੱਤਿਆ ਜਾ ਸਕੇ। ਪਹਿਲੀ ਵਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਮੈਦਾਨ ਦੇ ਵਿੱਚ ਨਿੱਤਰੇ ਨੇ। ਹੁਣ ਦੇਖਣਾ ਹੋਏਗਾ ਕਿਹੜਾ ਇਹੋ ਜਿਹਾ ਦਾ ਲਗਾਉਣਗੇ ਕਿ ਵਿਰੋਧੀਆਂ ਨੂੰ ਚਿੱਤ ਕਰ ਸਕਣ। ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਵਾਰ ਸਾਰੇ ਨੇਤਾ ਜਿਹੜੇ ਨੇ ਉਹ ਜ਼ੋਰ ਅਜ਼ਮਾਇਸ਼ ਕਰ ਰਹੇ ਨੇ। ਇੱਕ ਤਰ੍ਹਾਂ ਦਾ ਮੈਦਾਨ ਜਿਹੜਾ ਜੰਗ ਦਾ ਮੈਦਾਨ ਬਣਿਆ ਹੋਇਆ ਹੈ। ਹਰੇਕ ਪਹਿਲਵਾਨ ਕੋਈ ਨਾ ਕੋਈ ਦਾਅ ਲਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਵਿਰੋਧੀ ਨੂੰ ਮੈਂ ਚਿੱਤ ਕਰ ਸਕਾਂ। ਸਭ ਤੋਂ ਪਹਿਲਾਂ ਤੁਹਾਨੂੰ ਸਵਾਲ, ਤੁਸੀਂ ਉੱਤਰੀ ਅੰਮ੍ਰਿਤਸਰ ਦੇ ਵਿੱਚ ਨਿੱਤਰੇ ਹੋ, ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹੋ, ਕਿਹੋ ਜਿਹੇ ਦਾਅ ਨੇ ਤੁਹਾਡੇ ਕੋਲ ਤਾਂ ਕਿ ਤੁਸੀਂ ਵਿਰੋਧੀਆਂ ਨੂੰ ਚਿੱਤ ਕਰ ਸਕੋ? ਦੇਖੋ ਆਪਣਾ ਦਾਅ ਤਾਂ ਦੱਸਣਾ ਨਹੀਂ ਚਾਹੀਦਾ ਹੈ। ਸਾਡੀ ਜਿਹੜੀ ਸਟ੍ਰੈਟਜੀ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੀ ਹੈ। ਇੱਥੇ ਬਹੁਤ ਸਾਰੇ ਲੀਡਰ ਨੇ ਜੋ ਇੱਕ ਇੱਕ ਹਫ਼ਤੇ ਦੇ ਵਿੱਚ 1-1 ਕਰੋੜ ਰੁਪਇਆ ਸੋਸ਼ਲ ਮੀਡੀਆ ਤੇ ਖਰਚ ਕਰਦੇ ਨੇ। ਇੱਥੇ ਬਹੁਤ ਸਾਰੇ ਲੋਕ ਸ਼ਰਾਬ ਦੀਆਂ ਬੋਤਲਾਂ, ਸ਼ਰਾਬ ਦੀਆਂ ਪੇਟੀਆਂ ਲੈ ਕੇ ਰੱਖੇ ਹੋਏ ਨੇ, ਵੰਡ ਵੀ ਰਹੇ ਨੇ। ਬਹੁਤ ਸਾਰੇ ਲੋਕ ਮੋਬਾਈਲ ਫੋਨਾਂ ਵੀ ਵੰਡ ਰਹੇ ਨੇ। ਆਖਿਰਲੇ ਜਦੋਂ 2 ਦਿਨ ਆ ਜਾਂਦੇ ਨੇ ਤਾਂ ਆਟਾ, ਦਾਲ, ਸੂਟ ਦਾ ਕੱਪੜਾ ਤੇ ਬਹੁਤ ਸਾਰਾ ਚੀਜ਼, ਇਹ ਮਤਲਬ ਇਹੀ ਸਾਰਾ ਕੁਝ ਹੁੰਦਾ ਹੈ। ਤਾਂ ਡੈਮੋਕ੍ਰੇਸੀ ਨੂੰ ਹਾਈਜੈਕ ਕਰ ਲਿਆ ਹੈ ਇਹਨਾਂ ਲੀਡਰਾਂ ਨੇ। लेकिन इस बार जनता बदलाव चाह रही है। बदलाव इस चीज़ की नहीं कि हाँ एक पार्टी की सरकार चली जाए दूसरी पार्टी दी आ जाए। बदलाव इस चीज़ की आऊगी, सोच दी आऊगी। और बदलाव इस चीज़ का कि हाँ मतलब डेमोक्रेसी क्लीन होनी चाहिए। तो मैनू तो देखो अमृतसर की जनता ने इस वास्ते तैयार किया है और मेरा जो इलैक्शन कैंपेनिंग का जो तरीका है उन्होंने ही डिसाइड किया है। तो मैं तो करे जाके हर व्यक्ति ਨੂੰ शुरू ਤੋਂ ਹੀ ਮਿਲਦਾ ਹਾਂ। ਪਹਿਲਾਂ ਵੀ ਮਿਲਦਾ ਸੀ ਜਦੋਂ ਮੈਂ ਅਫਸਰ ਹੁੰਦਾ ਸੀ, ਲੋਕੀ ਮੇਰੇ ਕੋਲ ਆਉਂਦੇ ਸੀ, ਮੈਂ ਉਹਨਾਂ ਦੇ ਕੋਲ ਜਾਂਦਾ ਸੀ। ਇੱਕ ਮਤਲਬ ਅਸੀਂ ਇਹ ਇਲੈਕਸ਼ਨ ਪਰਿਵਾਰਿਕ ਮਾਹੌਲ ਦੇ ਵਿੱਚ ਲੜ ਰਹੇ ਹਾਂ, ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਮੇਰਾ ਪਰਿਵਾਰ ਹੈ। ਦੇ ਵਿੱਚ ਅਨਿਲ ਜੋਸ਼ੀ ਨੇ ਕਾਫੀ ਐਕਸਪੀਰੀਅੰਸ ਉਹਨਾਂ ਦਾ ਰਾਜਨੀਤੀ ਦੇ ਵਿੱਚ, ਲੰਮੇ ਖਿਡਾਰੀ ਨੇ। ਸੁਨੀਲ ਦੱਤੀ ਨੇ ਤੁਹਾਡੇ ਕਾਂਗਰਸ ਤੋਂ ਵਿਰੋਧੀ। ਬੀਜੇਪੀ ਨੇ ਆਪਣਾ ਜਿਹੜਾ ਕੈਂਡੀਡੇਟ ਸੁਖਵਿੰਦਰ ਸਿੰਘ ਪਿੰਟੂ ਨੂੰ ਖੜਾ ਕਰ ਦਿੱਤਾ ਹੈ। ਤੁਸੀਂ ਕੀ ਸਮਝਦੇ ਹੋ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਹੈ? ਤੁਸੀਂ ਬੀਜੇਪੀ ਦੇ ਨਾਲ ਮੁਕਾਬਲਾ ਮੰਨ ਰਹੇ ਹੋ, ਅਕਾਲੀ ਦਲ ਦੇ ਨਾਲ ਜਾਂ ਕਾਂਗਰਸ ਦੇ ਨਾਲ? ਅਸੀਂ ਇਹ ਸਾਰਾ ਕੁਝ ਸੁਣਦੇ ਆਏ ਹਾਂ, ਵੇਖਦੇ ਆਏ ਹਾਂ ਕਿ ਕਿਸ ਦਾ ਮੁਕਾਬਲਾ ਕਿਸ ਦੇ ਨਾਲ ਹੈ। ਇਸ ਵਾਰ ਤੁਸੀਂ ਦੇਖੋਗੇ ਕਿ ਅੰਮ੍ਰਿਤਸਰ ਦੀ ਜੋ ਜਨਤਾ ਹੈ, ਅੰਮ੍ਰਿਤਸਰ ਦੀ ਜਨਤਾ ਨੇ ਮਨ ਬਣਾਇਆ ਹੈ, ਕਿਉਂਕਿ ਮੈਨੂੰ ਤਾਂ ਉਹਨਾਂ ਨੇ ਖੜਾ ਕੀਤਾ ਹੈ। ਮੇਰੇ ਕੋਲ ਤਾਂ ਨੌਕਰੀ ਪਈ ਹੋਈ ਸੀ, ਮੈਂ ਤਾਂ ਵੈਲ ਐਸਟੈਬਲਿਸ਼ਡ ਸੀਗਾ, ਲੇਕਿਨ ਜਨਤਾ ਨੇ ਖੜਾ ਕਰਾਇਆ ਹੈ ਮੈਨੂੰ। ਔਰ ਇਹ ਇਲੈਕਸ਼ਨ ਵੀ ਵਹੀ ਲੜ ਰਹੇ ਨੇ। ਤੇ ਇਸ ਕਰਕੇ ਸਾਡਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ। ਮੁਕਾਬਲਾ ਹੋਗਾ ਦੂਜੇ, ਤੀਜੇ, ਚੌਥੇ ਸਥਾਨ ਵਾਸਤੇ। ਅਸੀਂ ਸੀਟ ਜਿੱਤੇ ਹੋਏ ਹਾਂ ਕਿਉਂਕਿ ਦੇਖੋ ਆਮ ਜਨਤਾ ਜੋ ਹੈ ਨਾ ਜੀ, ਸਭ ਤੋਂ ਜ਼ਿਆਦਾ ਸੁਝਵਾਨ ਹੁੰਦੀ ਹੈ। ਤੁਸੀਂ ਬੋਲ ਰਹੇ ਹੋ ਕਿ ਹਾਂ ਫਲਾਣਾ ਆਦਮੀ ਹੈ ਜੋ ਮਜ਼ਾ ਹੁਆ ਖਿਲਾੜੀ ਹੈ ਰਾਜਨੀਤੀ ਦਾ। जनता तो आम जनता तो ज़्यादा मज़ा हुआ खिलाड़ी कोई नहीं होता है। ये जनता ही है जो किसी पोजीशन ते ले जाती है लीडरां नूं। तो लीडर समझते हैं कि हाँ वो बहुत ही मतलब बहुत बड़े बन गए। नहीं, जनता सर्वोपरि होंदी है डेमोक्रेसी दे विच। तो साडा मकसद की है, असी अपना पावर छड़ के आए क्योंकि जनता नूं पावरफुल बनाना है। डेमोक्रेसी नूं लीडरां ने हाईजैक किया हुआ है तो उस सिस्टम ਨੂੰ ਬਦਲ ਦੇਣਾ ਹੈ। तो एक नवा माहौल बनाना है जिस दे विच जनता ये समझे कि सरकार उसकी है और वही चला रही है। तो साडी सरकार जदों आऊगी जनता ਨੂੰ पता चलेगा कि जो सरकार है आम जनता ही चला रही है। इस तरीके का एक एहसास होगा। फिर भी कुंवर विजय प्रताप जी ਜਦੋਂ मैदान ਦੇ ਵਿੱਚ ਨਿੱਤਰੀਏ ਤੇ ਸਾਹਮਣੇ ਜਿਹੜੇ ਪੁਰਾਣੇ ਭਲਵਾਨ ਹੋਣ ਤੇ ਲੱਗਦਾ ਹੁੰਦਾ ਹੈ ਕਿ ਇਹਨਾਂ ਦੇ ਨਾਲ ਵੱਡੀ ਚੁਣੌਤੀ ਵੀ ਹੈ। ਤੁਸੀਂ ਕੀ ਸਮਝਦੇ ਹੋ? नहीं देखो, चुनौतियां ਕਿਹੜੀਆਂ ਤੁਸੀਂ ਸਮਝਦੇ ਹੋ? चुनौती तो कोई है ही नहीं। मैं नहीं ਵੇਖਦਾ कि कोई चुनौती है, क्योंकि ਜਦੋਂ ਅਸੀਂ ਬਿਲਕੁਲ ਜੋ ਤਰੀਕਾ ਹੋਣਾ ਚਾਹੀਦਾ ਹੈ ਡੈਮੋਕ੍ਰੇਸੀ ਦੇ ਵਿੱਚ, ਵੋਟ ਪਬਲਿਕ ਨੇ ਦੇਣਾ ਹੁੰਦਾ ਹੈ, ਵੋਟ ਸੋਸ਼ਲ ਮੀਡੀਆ ਨੇ ਨਹੀਂ ਦੇਣਾ ਹੁੰਦਾ। ਠੀਕ ਹੈ ਕਿ ਨਹੀਂ? ਅਸੀਂ ਆਮ ਪਬਲਿਕ ਦੇ ਨਾਲ ਸੰਪਰਕ ਕਰ ਰਹੇ ਹਾਂ ਔਰ ਮੇਰਾ
मतलब टारगेट है कि अपने हर वोटर ਨੂੰ 2 ਵਾਰ 3 ਵਾਰ ਮਿਲ ਲਿਆ ਜਾਵੇ ਜੀ। ਹੁਣ ਦੇਖੋ ਇਹ ਪੋਲੀਟੀਸ਼ੀਅਨ ਕੀ ਕਰ ਰਹੇ ਨੇ, ਜਦੋਂ ਉਹਨਾਂ ਨੇ ਦੇਖ ਲਿਆ ਕਿ ਉਹਨਾਂ ਦੀ ਜ਼ਮਾਨਤ ਜ਼ਬਤ ਹੋ ਰਹੀ ਹੈ ਤੇ ਸਾਡੇ ਲੋਕਾਂ ਦੇ ਕੋਲ ਜਾਂਦੇ ਨੇ, ਲੋਭ ਲਾਲਚ ਦਿੰਦੇ ਨੇ, ਲੋਭ ਲਾਲਚ। ਪਹਿਲਾਂ ਡਰਾਵਾ ਵੀ ਦਿੰਦੇ ਸੀ, ਲੇਕਿਨ ਉਹਨਾਂ ਨੇ ਦੇਖ ਲਿਆ ਕਿ ਹਾਂ ਪੁਲਿਸ ਉਹਨਾਂ ਦੇ ਕਹਿਣ ਤੇ ਕੰਮ ਕਰ ਨਹੀਂ ਰਹੀ ਹੈ, ਕਿਉਂਕਿ ਪੁਲਿਸ ਜੋ ਵੀ ਅੰਮ੍ਰਿਤਸਰ ਦੀ ਪੁਲਿਸ ਹੈ ਉਹ ਵੀ ਤੁਹਾਨੂੰ ਪਤਾ ਹੈ ਕਿ ਇਹ ਸਾਰੇ ਸਮਝਦਾਰ ਨੇ ਪੁਲਿਸ ਵਾਲੇ, ਤੇ ਇਸ ਕਰਕੇ ਉਹਨਾਂ ਲੋਕਾਂ ਦੇ ਕਹਿਣ ਤੇ ਕੋਈ ਕਿਸੇ ਦੇ ਖਿਲਾਫ ਨਜਾਇਜ਼ ਪਰਚਾ ਦਰਜ ਨਹੀਂ ਕਰ ਰਹੇ ਨੇ, ਨਾ ਕੋਈ ਵੀ ਇਸ ਤਰ੍ਹਾਂ ਦਾ ਕੰਮ ਪੁਲਿਸ ਵਾਲੇ ਨਹੀਂ ਕਰ ਰਹੇ ਨੇ ਜੋ ਚਾਹੁੰਦੇ ਸੀ ਪੋਲੀਟੀਸ਼ੀਅਨ ਕਰਾਉਣਾ। ਤਾਂ ਹੁਣ ਲੋਭ ਲਾਲਚ ਤੇ ਉਤਰ ਆਏਗੇ ਨੇ, ਕਿਸੇ ਨੂੰ ਜਾ ਕੇ ਸਮਾਰਟਫੋਨ 1-1 ਲੱਖ ਰੁਪਏ ਦਾ ਮੋਬਾਈਲ ਫੋਨ ਪ੍ਰਲੋਭਨ ਦਿੰਦੇ ਨੇ ਜਾਂ ਕੋਈ ਹੋਰ ਚੀਜ਼ ਦਾ ਪ੍ਰਲੋਭਨ ਦਿੰਦੇ ਨੇ, ਲੇਕਿਨ ਇਹ ਚੀਜ਼ ਵੀ ਹੁਣ ਕੰਮ ਨਹੀਂ ਕਰ ਰਹੀ ਹੈ। ਤੇ ਇਸ ਤੋਂ ਸਿੱਧਾ ਜ਼ਾਹਿਰ ਹੁੰਦਾ ਹੈ, ਇੱਕ ਠੇਕੇਦਾਰ ਹੈ ਜੀ, ਮੈਂ ਅੱਜ ਜਦੋਂ ਗਿਆ ਸੀ ਨਹਿਰੂ ਕਾਲੋਨੀ ਇਲਾਕੇ ਦੇ ਵਿੱਚ ਤਾਂ ਲੋਕੀ ਕਹਿ ਰਹੇ ਨੇ ਕਿ ਇਹ ਮਿੱਤਲ ਠੇਕੇਦਾਰ ਕਿਹੜਾ ਹੈ ਜੀ, ਮਿੱਤਲ ਠੇਕੇਦਾਰ ਕਿਹੜਾ ਹੈ ਜੀ। ਮੈਨੂੰ ਤਾਂ ਨਹੀਂ ਪਤਾ ਹੈ ਕਿ ਮਿੱਤਲ ਠੇਕੇਦਾਰ ਕਿਹੜਾ ਹੈ, ਕਿ ਮਿੱਤਲ ਠੇਕੇਦਾਰ ਦੇ ਬੰਦੇ ਆ ਰਹੇ ਨੇ तो वो कह रहे हैं कि जो मर्जी 10,000 20,000 50,000 लाख ले लो लेकिन वोट फलाने ਨੂੰ दे दो जी, ठीक है कि नहीं। तो ये मित्तल ठेकेदार ये सारे काम कर रहे हैं ਇਹਦੇ ਵਿੱਚ, लेकिन ये सारा चीज़ मतलब वो मैं भी पता कराऊंगा कि ये मित्तल ठेकेदार है कौन। तो इस करके ਤੁਸੀਂ ਦੇਖੋਗੇ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਗੱਲਾਂ मतलब नहीं ਚੱਲਦੀਆਂ ਨੇ। ਤੇ ਇਸ ਵਾਰੀ ਸਾਫ਼ ਸੁਥਰਾ ਇਲੈਕਸ਼ਨ ਹੋਗਾ ਔਰ ਜਨਤਾ ਨੇ ਕਮਾਂਡ ਆਪਣੇ ਹੱਥ ਦੇ ਵਿੱਚ ਲੈ ਲੈਣਾ ਹੈ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਹਰੇਕ ਪਾਰਟੀ ਕੋਸ਼ਿਸ਼ ਕਰ ਰਹੀ ਹੈ ਆਪਣਾ ਸੀਐਮ ਬਣਾਉਣ ਦੇ ਲਈ, ਆਪਣੀ ਸਰਕਾਰ ਬਣਾਉਣ ਦੇ ਲਈ। ਆਮ ਆਦਮੀ ਪਾਰਟੀ ਨੇ ਵੀ ਸੀਐਮ ਚਿਹਰਾ ਐਲਾਨ ਦਿੱਤਾ ਹੈ ਭਗਵੰਤ ਮਾਨ ਨੂੰ। ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਿਆ ਗਿਆ ਤਾਂ ਵਿਰੋਧੀ ਧਿਰਾਂ ਨੇ ਉਸ ਦੇ ਉੱਪਰ ਵੀ ਸਵਾਲ ਖੜੇ ਕੀਤੇ ਨੇ ਕਿ ਜਿਹੜਾ ਤਰੀਕਾ ਅਪਣਾਇਆ ਗਿਆ ਕਾਲਸ ਨੂੰ ਲੈ ਕੇ, ਇੰਨੀ ਕਾਲਸ ਜਿਹੜੀ ਆ ਹੀ ਨਹੀਂ ਸਕਦੀ। ਸਪੈਸ਼ਲੀ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਇਹ ਤਾਂ ਇੱਕ ਫਰੇਬ ਹੈ, ਇਹ ਤਾਂ ਇੱਕ ਲੋਕਾਂ ਨੂੰ ਧੋਖੇ ਵਿੱਚ ਰੱਖਿਆ ਗਿਆ। मैं यही कहूँगा नवजोत सिंह सिद्धू एक बहुत ही ਵਧੀਆ ਲੀਡਰ ਨੇ, ਸੂਝਵਾਨ ਲੀਡਰ ਨੇ। ਉਹਨਾਂ ਦੀ ਸ਼ਖਸੀਅਤ ਜੋ ਹੈ ਨਾ, ਉਹਨਾਂ ਨੂੰ ਉਹ ਗੱਲ ਕਰਨੀ ਚਾਹੀਦੀ ਹੈ ਜੋ ਉਹਨਾਂ ਦੀ ਸ਼ਖਸੀਅਤ ਦੇ ਨਾਲ ਮਿਲ ਖਾਂਦੀ ਹੈ। ਜਾਂ ਦੂਸਰੇ ਜਿਹੜੇ ਵਿਰੋਧੀ ਨੇ ਉਹ ਆਪਣੇ ਬਾਰੇ ਸੋਚਣ, ਆਪਣਾ ਇਲੈਕਸ਼ਨ ਕਰਾ ਲੈਣ ਇੰਟਰਨਲ। ਉਹ ਨਾ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਆਪਣਾ ਚੀਫ ਮਿਨਿਸਟਰ ਚਿਹਰਾ, ਤਾਂ ਲੜਾਈ ਹੀ ਇਸੇ ਚੀਜ਼ ਦੀ ਚੱਲ ਰਹੀ ਹੈ ਕਿ ਚੰਨੀ ਸਾਹਿਬ ਚੀਫ ਮਿਨਿਸਟਰ ਹੋਣਗੇ ਕਿ ਸਿੱਧੂ ਸਾਹਿਬ ਹੋਣਗੇ ਕਿ ਹੋਰ ਕੋਈ ਵਿਅਕਤੀ ਹੋਊਗਾ, ਕਿਉਂਕਿ 4-5 ਹੋਰ ਨਾਮ ਆ ਰਹੇ ਨੇ। ਤੇ ਇਹ ਸਾਰਾ ਚੀਜ਼ ਤੁਸੀਂ ਦੇਖੋ, ਆਮ ਆਦਮੀ ਪਾਰਟੀ ਨੇ ਆਪਣਾ ਸਿਸਟਮ ਬਣਾਇਆ, ਉਸ ਸਿਸਟਮ ਦੇ ਤਹਿਤ मतलब ਉਹਨਾਂ ਨੇ ਕੰਮ ਕੀਤਾ। ਤਾਂ ਮੈਂ ਇਹੀ ਕਹਾਂਗਾ ਕਿ ਉਹ ਆਪਣਾ ਕਰ ਸਾਂਭ ਲੈਣ, ਇਹੀ ਜ਼ਿਆਦਾ मतलब ਬਿਹਤਰ ਹੋਊਗਾ। ਕਿਸੇ ਹੋਰ ਦੇ ਕਰ ਦੇ ਵਿੱਚ मतलब ਝਾਂਕ ਮਾਰਨ ਤੋਂ ਨਾਲੋਂ ਜ਼ਿਆਦਾ ਵਧੀਆ ਹੈ ਨਾ ਕਿ ਤੁਸੀਂ ਆਪਣਾ ਘਰ ਵੇਖ ਲਓ, ਆਪਣਾ ਘਰ ਸਾਂਭ ਲਓ। ਮੈਂ ਤਾਂ ਇਹੀ ਕਹਾਂਗਾ ਸਾਰਿਆਂ ਨੂੰ। ਸਵਾਲ ਇਹ ਵੀ ਕਰਦੇ ਨੇ, ਕਹਿੰਦੇ ਨੇ ਕਿ ਜਿਹੜੇ ਵੱਡੇ ਪੋਸਟਰ ਲਗਾਏ ਨੇ ਥਾਂ ਥਾਂ ਤੇ ਪ੍ਰਚਾਰ ਦੇ ਲਈ, ਉੱਥੇ ਐਸਾ ਕਿਉਂ ਲਿਖਿਆ ਹੋਇਆ ਇੱਕ ਮੌਕਾ ਕੇਜਰੀਵਾਲ ਨੇ, ਇੱਕ ਮੌਕਾ ਭਗਵੰਤ ਮਾਨ ਨੂੰ ਕਿਉਂ ਨਹੀਂ ਕਿਹਾ ਜਾਂਦਾ? ਨਹੀਂ ਦੇਖੋ, ਭਗਵੰਤ ਮਾਨ ਸੀਐਮ ਚਿਹਰਾ ਦੇਖੋ ਦਿੱਤੇ ਗਏ ਨੇ। ਇਹ ਲੋਕ ਵੀ ਤਾਂ ਰਾਹੁਲ ਗਾਂਧੀ ਪ੍ਰਿयंका ਗਾਂਧੀ ਨਾਂ ਤੇ ਲੜਦੇ ਆਏ ਨੇ, ਬੀਜੇਪੀ ਵੀ ਮੋਦੀ ਸਾਹਿਬ ਦੇ ਨਾਂ ਤੇ ਇਲੈਕਸ਼ਨ ਲੜਦੀ ਹੈ। ਤੇ ਕੇਜਰੀਵਾਲ ਸਾਹਿਬ ਨੇ ਇੱਥੇ ਆ ਕੇ ਸੀਐਮ ਤਾਂ ਨਹੀਂ ਬਣਨਾ ਹੈ ਜਾਂ ਸੁਪਰ ਸੀਐਮ। ਸੁਣੋ ਤਾਂ ਸਹੀ, ਮੇਰੀ ਗੱਲ ਸੁਣੋ, ਮੋਦੀ ਸਾਹਿਬ ਦੇ ਨਾਂ ਤੇ ਵੀ ਤਾਂ ਇਲੈਕਸ਼ਨ ਲੜਿਆ ਜਾਂਦਾ ਹੈ ਬੀਜੇਪੀ ਵੱਲੋਂ। ਕਿਸੇ ਵੀ ਹਰਿਆਣਾ ਦੇ ਵਿੱਚ ਇਲੈਕਸ਼ਨ ਹੋਇਆ ਤਾਂ ਕਿਸੇ ਨੇ ਇਹ ਤਾਂ ਨਹੀਂ ਕਿਹਾ ਨਾ ਉੱਥੇ ਦੇ ਸੀਐਮ ਦਾ ਕਿ ਖੱਟਰ ਸਾਹਿਬ ਦੇ ਨਾਂ ਤੇ ਇੱਕ ਮੌਕਾ ਖੱਟਰ ਸਾਹਿਬ ਨੂੰ, ਠੀਕ ਹੈ ਕਿ ਨਹੀਂ। ਸਾਰਾ ਇਲੈਕਸ਼ਨ ਝਾਰਖੰਡ ਦੇ ਵਿੱਚ ਲੜਿਆ ਗਿਆ, ਚਲੋ ਝਾਰਖੰਡ ਦੇ ਵਿੱਚ ਹਾਰ ਗਏ, ਇਧਰ ਇਹਨਾਂ ਦੀ ਸਰਕਾਰ ਬਣ ਗਈ। ਤਾਂ ਹਰੇਕ ਇਲੈਕਸ਼ਨ ਭਾਵੇਂ ਸਟੇਟ ਦਾ ਹੁੰਦਾ ਹੈ ਜਾਂ ਕੋਈ ਵੀ ਹੁੰਦਾ ਹੈ, ਬੀਜੇਪੀ ਵੀ ਮੋਦੀ ਸਾਹਿਬ ਦੇ ਨਾਂ ਤੇ ਲੜਦੀ ਹੈ। ਤਾਂ ਜੋ ਉਹਨਾਂ ਦਾ ਲੀਡਰ ਹੁੰਦਾ ਹੈ ਉਸ ਦਾ ਨਾਂ ਤਾਂ ਵਰਤਿਆ ਜਾਂਦਾ ਹੈ। ਤਾਂ ਆਮ ਆਦਮੀ ਪਾਰਟੀ ਦਾ ਲੀਡਰ ਅਰਵਿੰਦ ਕੇਜਰੀਵਾਲ ਨੇ, ਔਰ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਵਧੀਆ ਕੰਮ ਕਰ ਰਹੇ ਨੇ, ਤੀਜੀ ਵਾਰੀ ਚੀਫ ਮਿਨਿਸਟਰ ਬਣੇ ਨੇ। ਉਹਨਾਂ ਨੇ ਆ ਕੇ ਪੰਜਾਬ ਦੇ ਵਿੱਚ ਚੀਫ ਮਿਨਿਸਟਰ ਨਹੀਂ ਬਣਨਾ ਹੈ, ਉਹ ਸਾਡੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਨੇ। ਤਾਂ ਅਸੀਂ ਵੀ ਜੇਕਰ ਅਰਵਿੰਦ ਕੇਜਰੀਵਾਲ ਜੀ ਦੇ ਨਾਂ ਤੇ ਜੇਕਰ ਵੋਟ ਮੰਗ ਰਹੇ ਹਾਂ, ਉਹਨਾਂ ਨੇ ਜੋ ਦਿੱਲੀ ਦੇ ਵਿੱਚ ਚੰਗੇ ਕੰਮ ਕੀਤੇ ਨੇ, ਉਹਨਾਂ ਕੰਮਾਂ ਦੇ ਆਧਾਰ ਤੇ ਜੇਕਰ ਅਸੀਂ ਵੋਟ ਮੰਗ ਰਹੇ ਹਾਂ ਤਾਂ ਕਿਸੇ ਨੂੰ ਤਕਲੀਫ मतलब ਹੋਣੀ ਨਹੀਂ ਚਾਹੀਦੀ ਹੈ। ਅਨਨੈਸੈਸਰੀ ਕੋਈ ਇਸ਼ੂ ਬਣਾਉਂਦਾ ਹੈ ਤਾਂ ਉਹ ਬਣਾਉਂਦਾ ਰਹੇ ਜੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਜਿਸ ਦਿਨ ਸੀਐਮ ਚਿਹਰਾ ਐਲਾਨਿਆ, ਕਹਿੰਦੇ ਕਿ ਕੇਜਰੀਵਾਲ ਸਾਹਿਬ ਦੇ ਨਾਲ ਭਗਵੰਤ ਮਾਨ ਬੈਠੇ ਹੁੰਦੇ ਸੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਜਦੋਂ ਕੋਈ ਚੰਗਾ ਚਿਹਰਾ ਲੱਭੇਗਾ, ਕੋਈ ਚੰਗਾ ਬੰਦਾ ਤੁਹਾਡੇ ਸਾਹਮਣੇ ਲਿਆਵਾਂਗੇ। ਕਹਿੰਦੇ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਬੰਦੇ ਆਉਂਦੇ ਰਹੇ, ਉਹਨਾਂ ਨੂੰ ਕੋਈ ਵੀ ਚੰਗਾ ਚਿਹਰਾ ਲੱਭਾ ਨਹੀਂ ਤੇ ਫਿਰ ਆਖਰਕਾਰ ਮਜਬੂਰੀ ਹੋ ਗਈ ਉਹਨਾਂ ਦੀ ਤੇ ਭਗਵੰਤ ਮਾਨ ਨੂੰ ਹੀ ਐਲਾਨ ਦੀ। देखो सुखबीर सिंह बादल की राजनीति हुण खत्म हो गई है। जो अकाली दल है ना, एक प्राइवेट लिमिटेड कंपनी बनकर रह गई, एक परिवार तक सिमट के रह गई है जी। पिछली बारी 8-10 सीट आए थे, इस बारी मैनू नहीं लग रहा है कि एक भी सीट आनी है जी, एक भी सीट आनी है।
ਮੈਨੂੰ ਨਹੀਂ ਲੱਗ ਰਿਹਾ ਹੈ। ਇਸ ਕਰਕੇ ਉਹ ਜੋ ਗੱਲ ਕਰ ਰਹੇ ਨੇ ਅਸੀਂ ਬਹੁਤ ਜ਼ਿਆਦਾ ਸੀਰੀਅਸ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ। ਉਹਨਾਂ ਨੂੰ ਰਾਜਨੀਤੀ ਦੀ ਸਮਝ ਹੀ नहीं है। ठीक है, अकाली दल बहुत पुरानी पार्टी है, लेकिन आज वो एक परिवार तक सिमट कर रह गई है, तो हुण उसका खात्मा हो जाना है। लोगों ने देख लिया है कि हाँ ये मतलब प्राइवेट लिमिटेड कंपनी की तरह कोई पार्टी नहीं चलूगी। ਕੁੰਵਰ ਵਿਜੇ ਪ੍ਰਤਾਪ ਜੀ, ਸਿੱਖ ਪੰਥ ਖਾਸ ਕਰਕੇ ਬਹੁ ਗਿਣਤੀ ਸਿੱਖਾਂ ਦੀ ਪੰਜਾਬ ਦੇ ਵਿੱਚ ਹੈ। ਪਿਛਲੇ ਸਮੇਂ ਦੌਰਾਨ ਬਹੁਤ ਵੱਡਾ ਮੁੱਦਾ ਰਿਹਾ ਬੇਅਦਬੀ ਦਾ ਮੁੱਦਾ, ਬਹਿਬਲ ਕਲਾ ਗੋਲੀकांड ਦਾ ਮੁੱਦਾ, ਕੋਟਕਪੂਰਾ ਗੋਲੀकांड ਦਾ ਮੁੱਦਾ। ਤੁਸੀਂ ਵੀ ਉਸ ਸਿੱਟ ਦੇ ਜਿਹੜੇ ਮੈਂਬਰ ਵੀ ਰਹੇ, ਫਿਰ ਤੁਹਾਡੀ ਅਗਵਾਈ ਦੇ ਵਿੱਚ ਜਾਂਚ ਵੀ ਹੋਈ, ਇਨਸਾਫ ਨਹੀਂ ਮਿਲਿਆ। ਲੋਕ ਅੱਜ ਤੱਕ ਇੰਤਜ਼ਾਰ ਕਰ ਰਹੇ ਨੇ ਕਿ ਇਨਸਾਫ ਕਦੋਂ ਮਿਲੂਗਾ, ਕਿਉਂਕਿ ਅਕਾਲੀ ਦਲ ਦੇ ਉੱਪਰ ਆਰੋਪ ਲਗਾ ਦਿੱਤੇ। ਤੁਸੀਂ ਵੀ ਉਸ ਸਿੱਟ ਦੇ ਵਿੱਚ ਨਤੀਜਾ ਕੱਢ ਕੇ ਸਾਹਮਣੇ ਲਿਆਂਦਾ। ਮੈਂ ਉਹ ਵੀ ਪੁੱਛਣਾ ਚਾਹੂੰਗਾ ਕਿ ਨਤੀਜਾ ਕੀ ਸੀ, ਆਖਰਕਾਰ ਤੁਹਾਨੂੰ ਸਾਈਡ ਤੇ ਕਿਉਂ ਕਰ ਦਿੱਤਾ ਗਿਆ? ਜੇਕਰ ਤੁਹਾਡੀ ਸਰਕਾਰ ਆਉਂਦੀ ਹੈ, ਕੀ ਲੋਕ ਉਮੀਦ ਰੱਖਣ ਕਿ ਉਹਨਾਂ ਨੂੰ ਬੇਅਦਬੀ ਦੇ ਮਾਮਲੇ ਦੇ ਉੱਪਰ ਇਨਸਾਫ ਮਿਲੇਗਾ? देखो, ਜਦੋਂ ਸਾਰਾ ਕੁਝ ਹੋ ਗਿਆ ਔਰ ਹਿਸਾਬ ਦੇਣ ਦਾ ਮੌਕਾ ਆਇਆ, ਦੋਸ਼ੀ ਪਰਿਵਾਰ ਚਲੋ ਵੱਡਾ ਪਰਿਵਾਰ ਸੀ, ਲੇਕਿਨ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਬਰਾਬਰ ਹੁੰਦੇ ਨੇ। तो ਜਦੋਂ ਹਿਸਾਬ ਦੇਣ ਦਾ ਮੌਕਾ ਆਇਆ ਤਾਂ ਦੋਸ਼ੀ ਪਰਿਵਾਰ ਦਾ ਸਮਝੌਤਾ ਹੋ ਗਿਆ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ। ਉਹਨਾਂ ਦਾ ਇੱਕ ਐਡਵਾਈਜ਼ਰ ਆ ਗਿਆ ਜੋ ਕਿ ਬਹੁਤ ਵੱਡਾ ਚੋਣ ਰਣਨੀਤੀਕਾਰ ਸੀ, ਇਲੈਕਸ਼ਨ ਸਟ੍ਰੈਟਜਿਸਟ ਸੀ, ਤੇ ਪੰਜਾਬ ਨੂੰ ਇੱਕ ਪ੍ਰਾਈਵੇਟ ਲਿਮਿਟਿਡ ਕੰਪਨੀ ਦੀ ਤਰ੍ਹਾਂ ਚਲਾਉਣ ਦਾ ਪ੍ਰਯਾਸ ਕੀਤਾ ਗਿਆ, ਇੱਕ ਸਟ੍ਰੈਟਜੀ ਬਣਾਈ ਗਈ, ਲੇਕਿਨ ਲੋਕਾਂ ਨੇ ਇਸ ਚੀਜ਼ ਨੂੰ ਨਕਾਰ ਦਿੱਤਾ। ਮੈਨੂੰ ਜਦੋਂ ਅਹਿਸਾਸ ਹੋਇਆ ਕਿ ਇਹ ਰਿਪੋਰਟ ਖਾਰਿਜ ਕਰਵਾਉਣ ਜਾ ਰਹੇ ਨੇ, मैं विरोधता की थी। मैं कैप्टन साहब ਨੂੰ एक दिन ਪਹਿਲਾਂ ਵੀ ਮਿਲਿਆ ਸੀ, ਬਾਰ-ਬਾਰ ਮੈਂ ਮਿਲਿਆ, ਲੇਕਿਨ ਇੱਕ ਦਿਨ ਪਹਿਲਾਂ ਵੀ ਮਿਲ ਕੇ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਤਾਰੀਖ ਹੀ ਤਾਂ ਲੈ ਲਓ, ਇੰਨੀ ਕਾਲੀ ਦੇ ਵਿੱਚ ਕਿਉਂ ਹੋ, ਜਲਦਬਾਜ਼ੀ ਕਿਉਂ ਹੈ? ਜੇਕਰ ਤੁਹਾਡਾ ਐਡਵੋਕੇਟ ਜਨਰਲ ਵਾਕਈ ਬਿਮਾਰ ਹੈ ਨਾ, ਤਾਂ ਤੁਸੀਂ ਇੱਕ ਡੇਟ ਹੀ ਲੈ ਲਓ, ਕਿਉਂਕਿ ਜੋ ਕੰਮ ਐਡਵੋਕੇਟ ਜਨਰਲ ਹਾਈ ਕੋਰਟ ਦੇ ਵਿੱਚ ਕਰ ਸਕਦਾ ਹੈ ਨਾ, ਉਹ ਭਾਵੇਂ ਤੁਸੀਂ ਦਿੱਲੀੋਂ ਲਿਆਓ ਜਾਂ ਲੰਦਨ ਤੋਂ ਵਕੀਲ ਲਿਆਓ, ਉਹ ਕੰਮ ਨਹੀਂ ਕਰ ਸਕਦੇ। ਲੇਕਿਨ ਇਹ ਸਾਰਾ ਕੁਝ ਇੱਕ ਬਹੁਤ ਹੀ ਡੂੰਘਾਈ ਦੇ ਨਾਲ ਇੱਕ ਰਣਨੀਤੀ ਇਹਨਾਂ ਨੇ ਬਣਾਈ ਸੀ ਕਿ ਆਮ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ। ਲੇਕਿਨ ਜਸਟਿਸ ਜੋ ਹੈ ਨਾ ਜੀ, ਦੇਖੋ ਜਸਟਿਸ ਮਿਲਦਾ ਹੈ। ਜੇਕਰ ਤੁਸੀਂ ਦੁਨਿਆਵੀ ਅਦਾਲਤ ਤੋਂ ਜਸਟਿਸ ਹੋਣਾ ਰੋਕ ਦੋਗੇ ਨਾ, ਤਾਂ ਪਰਮਾਤਮਾ ਦੀ ਅਦਾਲਤ ਉੱਪਰ ਹੈ ਤੇ ਜਨਤਾ ਦੀ ਅਦਾਲਤ ਨੀਚੇ ਹੈ। ਅੱਜ ਦੇਖੋ ਕੈਪਟਨ ਅਮਰਿੰਦਰ ਸਿੰਘ ਕਿੰਨਾ ਹਾਲਾਤਾਂ ਦੇ ਵਿੱਚ ਪਟਿਆਲਾ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਗਏ। ਉਹ ਵਿਅਕਤੀ, ਉਹ ਸ਼ਖਸ ਆਪਣੇ ਮੰਤਰੀਆਂ ਨੂੰ ਜੋ ਨਹੀਂ ਮਿਲਦਾ ਸੀ, ਉਹਨੂੰ मतलब ਗੱਡੀ ਤੋਂ ਉਤਰ ਕੇ ਜਾਣਾ ਪਿਆ, ਪੁਲਿਸ ਵਾਲੇ ਨੇ ਰੋਕ ਦਿੱਤਾ ਕਿ ਇਸ ਤੋਂ ਅੱਗੇ ਗੱਡੀ ਜਾ ਨਹੀਂ ਸਕਦੀ ਹੈ। ਠੀਕ ਹੈ, ਤਾਂ ਇਹ ਸਾਰਾ ਕੁਝ ਜਦੋਂ ਵਿਅਕਤੀ ਕੋਈ ਕੰਮ ਗਲਤ ਕਰਦਾ ਹੈ ਨਾ, ਤਾਂ ਇਨਸਾਫ ਤਾਂ ਮਿਲਦਾ ਹੀ ਮਿਲਦਾ ਹੈ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਿਲਦਾ ਹੈ। ਠੀਕ ਹੈ, ਤੁਸੀਂ ਕੀ ਸਮਝਦੇ ਹੋ ਤੁਹਾਨੂੰ ਸਿੱਟ ਨੂੰ ਲਾਂਭੇ ਕਿਉਂ ਕਰ ਦਿੱਤਾ ਗਿਆ? ਤੁਸੀਂ ਸਾਰੀ ਇਨਕੁਆਇਰੀ ਨਹੀਂ ਮੈਨੂੰ ਲਾਂਭੇ ਨਹੀਂ ਕੀਤਾ ਗਿਆ। ਇਹਨਾਂ ਨੇ ਜੋ ਚਾਲ ਚਲੀ ਨਾ ਜੀ, ਮੈਂ ਤਾਂ ਬਾਰ-ਬਾਰ ਇਹਨਾਂ ਨੂੰ ਕਹਿੰਦਾ ਰਿਹਾ ਕਿ ਜੇਕਰ ਲਾਂਭੇ ਕਰਨਾ ਹੈ ਨਾ ਤਾਂ ਤੁਸੀਂ ਸਰਕਾਰੀ ਆਰਡਰਾਂ ਦੇ ਰਾਹੀਂ ਕਰਾ ਦਿਓ, ਲੇਕਿਨ ਇਹ ਆਮ ਜਨਤਾ ਤੋਂ ਡਰਦੇ ਸੀਗੇ। ਇਹਨਾਂ ਨੇ ਕੋਰਟ ਦਾ ਰਸਤਾ ਅਪਣਾਇਆ, ਕੋਰਟ ਦਾ ਰਸਤਾ ਇਹਨਾਂ ਨੇ ਅਪਣਾਇਆ। ਤਾਂ ਚਲੋ ਅਸੀਂ ਹਰ ਕੋਰਟ, ਕਿਸੇ ਵੀ ਕੋਰਟ ਦੇ ਕੋਈ ਵੀ ਜਜਮੈਂਟ ਦੇ ਉੱਤੇ ਅਸੀਂ ਪ੍ਰਸ਼ਨ ਚਿੰਨ੍ਹ ਨਹੀਂ ਲਗਾਉਂਦੇ, ਅਸੀਂ ਸਤਿਕਾਰ ਕਰਦੇ ਹਾਂ ਸਾਰੀਆਂ ਕੋਰਟਾਂ ਦਾ। ਲੇਕਿਨ ਤੁਸੀਂ ਦੇਖੋਗੇ ਕਿ ਜੋ ਰਵੱਈਆ ਸਰਕਾਰ ਵੱਲੋਂ ਅਪਣਾਇਆ ਗਿਆ ਨਾ, ਉਹ ਠੀਕ ਰਵੱਈਆ ਨਹੀਂ ਸੀ। ਆਪਣੇ ਕੇਸ ਨੂੰ ਡਿਫੈਂਡ ਕਰਨ ਦਾ ਇੱਕ ਤਰੀਕਾ ਹੁੰਦਾ ਹੈ, ਤਾਂ ਉਸ ਤਰੀਕੇ ਦੇ ਨਾਲ ਜੇਕਰ ਡਿਫੈਂਡ ਕਰਦੇ, ਐਡਵੋਕੇਟ ਦੇ ਨਾਲ ਇੱਕ ਵਾਰੀ ਖੜ ਕੇ ਕਹਿ ਦਿੰਦੇ ਨਾ ਕਿ ਇਹ ਕੇਸ ਫਰੀਦਕੋਟ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਤੇ ਟਰਾਇਲ ਚੱਲ ਰਿਹਾ ਹੈ, ਟਰਾਇਲ ਹੋਣਾ ਚਾਹੀਦਾ ਹੈ, ਇੱਕ ਲਾਈਨ ਬੋਲਣਾ ਸੀ। ਕਿਸੇ ਸਾਡੇ ਵਕੀਲ ਨੇ ਭਾਵੇਂ ਦਿੱਲੀੋਂ ਆਏ ਸੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਟਰਾਇਲ ਚੱਲ ਰਿਹਾ ਹੈ ਕੇਸ ਦੇ ਵਿੱਚ। ਕੁੰਵਰ ਵਿਜੇ ਪ੍ਰਤਾਪ ਨੇ ਰਿਪੋਰਟ ਦਿੱਤੀ ਹੈ ਜੀ, ਰਿਪੋਰਟ ਨੂੰ ਖਾਰਿਜ ਕੀਤਾ ਜਾਵੇ, ਉਹਨਾਂ ਦੇ ਵਕੀਲ ਬੋਲਦੇ ਸੀ। ਲੇਕਿਨ ਤੁਸੀਂ ਬੋਲੋ ਤਾਂ ਸਹੀ ਕਿ ਇਹ ਸਹੀ ਤਰੀਕੇ ਦੇ ਨਾਲ, ਜਦੋਂ ਸੈਸ਼ਨ ਅਦਾਲਤ ਨੇ ਕਹਿ ਦਿੱਤਾ ਕਿ ਚਲਾਨ ਸਹੀ ਤਰੀਕੇ ਦੇ ਨਾਲ ਦਿੱਤਾ ਗਿਆ ਹੈ, ਤਾਂ ਇਹ ਚੀਜ਼ ਤੁਸੀਂ ਦੱਸ ਦਿਓ ਨਾ ਕਿ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਟਰਾਇਲ ਚੱਲ ਰਿਹਾ ਹੈ। ਕਿਸੇ ਵਕੀਲ ਨੇ ਇਹ ਗੱਲ ਨਹੀਂ ਕੀਤੀ। ਤੁਹਾਡੇ ਤੇ ਆਰੋਪ ਲੱਗਦਾ ਰਿਹਾ ਕਿ मेरे तो देखो, मेरी फिर रिपोर्ट है ही नहीं ना, मेरी रिपोर्ट है ही नहीं, मेरी कोई ऐसी रिपोर्ट नहीं है। यही तो गल है, तुसी जो रिपोर्ट की गल कर रहे हो ना, रिपोर्ट तो है ही नहीं कोई, मेरी रिपोर्ट है ही नहीं। गुमराह करने का प्रयास किया गया। चलान है चलान, तो 9 चलान हो गए सीगे फरीदकोट के ਸੈਸ਼ਨ ਅਦਾਲਤ ਵਿੱਚ 9 ਚਲਾਨ, ਰਿਪੋਰਟ ਤਾਂ ਹੈ ਹੀ ਨਹੀਂ। ਅੱਜ ਵੀ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਹੈ, ਇਹੀ ਹੈ, ਸੁਣੋ ਤਾਂ ਸਹੀ, ਮੇਰੀ ਗੱਲ ਤਾਂ ਸੁਣੋ। ਉਹਨਾਂ ਨੂੰ ਸੁਪਨਾ ਤਾਂ ਨਹੀਂ ਆ ਰਿਹਾ ਸੀ ਨਾ ਜੀ, ਸੁਪਨਾ ਨਹੀਂ ਆ ਰਿਹਾ ਸੀ ਕਿ ਮੈਂ ਅੱਗੇ ਕੀ ਕਰਨਾ ਹੈ। ਇੱਕ IPS ਅਫਸਰ ਨੂੰ ਤੁਸੀਂ ਜਲੀਲ ਕਰ ਰਹੇ ਹੋ। ਜਦੋਂ ਰਿਪੋਰਟ ਉਸਨੇ ਅਦਾਲਤ ਦੇ ਵਿੱਚ ਫਾਈਲ ਕਰ ਦਿੱਤੀ, ਉਹ ਰਿਪੋਰਟ ਚਲਾਨ ਹੁੰਦੀ ਹੈ ਜੀ, ਚਲਾਨ।
ਚਲਾਨ ਦੇ ਵਿੱਚ ਤੇ ਰਿਪੋਰਟ ਦੇ ਵਿੱਚ ਫਰਕ ਹੁੰਦਾ ਹੈ ਜੀ। ਅਸੀਂ ਸੀਐਮ ਨੂੰ ਕੋਈ ਰਿਪੋਰਟ ਨਹੀਂ ਦਿੱਤੀ, ਅਸੀਂ ਮਾਨਯੋਗ ਹਾਈ ਕੋਰਟ ਨੂੰ ਕੋਈ ਰਿਪੋਰਟ ਨਹੀਂ ਦਿੱਤੀ। ਚਲਾਨ ਫਾਈਲ ਕੀਤਾ, ਚਲਾਨ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਐਡਮਿਟ ਹੋਇਆ, ਉੱਥੋਂ ਸੈਸ਼ਨ ਕਮਿਟ ਹੋ ਕੇ ਕਾਨੂੰਨ ਦੇ ਮੁਤਾਬਿਕ ਸੈਸ਼ਨ ਅਦਾਲਤ ਦੇ ਵਿੱਚ ਗਿਆ। ਸੈਸ਼ਨ ਅਦਾਲਤ ਨੇ ਨੋਟਿਸ ਜਾਰੀ ਕੀਤਾ। ਸਰਕਾਰ ਤਾਂ ਦੇਖੋ ਅੱਜ ਵੀ ਬਹਬਲ ਕਲਾਂ ਦਾ ਕੇਸ ਹੈ। ਪਹਿਲਾਂ ਮੈਂ ਕਹਾਂਗਾ ਕਿ ਕੇਸ ਦੋ ਨੇ ਜੀ, ਇੱਕ ਬੇਅਦਬੀ ਦੇ ਕੇਸ, ਇੱਕ फायरिंग ਦੇ। फायरिंग ਦੇ ਵਿੱਚ ਵੀ 2 FIR ਨੇ जी, एक बहबल कला फायरिंग और एक कोट कपूरा फायरिंग। तो जो क्वेशिंग हुई है वो सिर्फ कोट कपूरा वाली हुई है, लेकिन आज सरकार बैठी हुई है। सरकार क्यों बैठी हुई है? सरकार ਨੂੰ ਤੁਸੀਂ ਪੁੱਛੋ ਕਿ ਕੀ ਬਹਬਲ ਕਲਾ ਜੋ ਫਾਇਰਿੰਗ ਕੇਸ ਸੀਗਾ ਉਹਦਾ ਟ੍ਰਾਇਲ ਕਿਉਂ ਨਹੀਂ ਹੋ ਰਿਹਾ ਹੈ? ਇਹ ਸਰਕਾਰ ਕਿਉਂ ਉਹਨੂੰ ਦਬਾ ਕੇ ਬੈਠੀ ਹੋਈ ਹੈ? ਡੇਟ ਤੇ ਡੇਟ ਕਿਉਂ ਜੀ? ਤੁਸੀਂ ਖੜ ਜਾਓ, ਤੁਹਾਡੇ ਵਕੀਲ ਖੜ ਜਾਣ ਕਿ ਨਹੀਂ ਜੀ ਟ੍ਰਾਇਲ ਸ਼ੁਰੂ ਹੋਣਾ ਚਾਹੀਦਾ ਹੈ। ਤੇ ਇੰਨਾ ਲੰਮਾ ਮਨੇ ਉਹ ਸਾਡੀ ਰਿਪੋਰਟ ਦੇ ਆਧਾਰ ਤੇ ਹੀ, ਸਾਡੇ ਚਲਾਨ ਦੇ ਆਧਾਰ ਤੇ ਹੀ ਬਹਬਲ ਕਲਾ ਕੇਸ ਦੇ ਵਿੱਚ ਟ੍ਰਾਇਲ ਚੱਲ ਰਿਹਾ ਹੈ, ਲੇਕਿਨ ਟ੍ਰਾਇਲ ਪ੍ਰੋਗਰੈਸ ਨਹੀਂ ਕਰ ਰਿਹਾ ਹੈ ਜੀ। ਅੱਜ ਤੱਕ ਚਾਰਜ ਦੇ ਉੱਤੇ ਬਹਿਸ ਨਹੀਂ ਹੋਈ। ਤੁਸੀਂ ਦੇਖੋ ਤੇ ਜੇਕਰ ਸਰਕਾਰ ਸਹੀ ਹੁੰਦੀ, ਸਰਕਾਰ ਦੋਸ਼ੀਆਂ ਨੂੰ ਨਹੀਂ ਬਚਾਉਂਦੀ, ਤਾਂ ਦੇਖੋ ਜਦੋਂ ਤੋਂ ਚਲਾਨ ਕੀਤਾ ਗਿਆ ਤੇ ਹੁਣ ਤੱਕ तो सज़ा वगैरह भी ਜਾਂ ਜੋ ਵੀ ਫਾਈਨਲ ਡਿਸੀਜਨ ਕੋਰਟ ਦਾ ਹੋਣਾ ਹੁੰਦਾ ਹੈ ਹੋ ਜਾਣਾ ਸੀ। ਤਾਂ ਬਹਬਲ ਕਲਾ ਕੇਸ ਦੇ ਵਿੱਚ ਸਾਡੀ ਹੀ ਰਿਪੋਰਟ ਦੇ ਉੱਤੇ ਟ੍ਰਾਇਲ ਚੱਲ ਰਿਹਾ ਹੈ, ਲੇਕਿਨ ਸਰਕਾਰ ਨੇ ਦੇਖੋ ਜਿਸ ਤਰੀਕੇ ਦੇ ਨਾਲ ਆਪਣਾ ਬਿਹੇਵੀਅਰ ਸ਼ੋ ਕੀਤਾ ਅਦਾਲਤ ਦੇ ਵਿੱਚ, ਹੁਣ ਤਾਂ ਇਹੀ ਲੱਗ ਰਿਹਾ ਹੈ ਕਿ ਸਰਕਾਰ ਰਲੀ ਹੋਈ ਹੈ। ਜਦੋਂ ਦੋਸ਼ੀਆਂ ਦੇ ਵਕੀਲ ਨੂੰ ਇਹਨਾਂ ਨੇ ਐਡਵੋਕੇਟ ਜਨਰਲ ਬਣਾਇਆ, ਉਹ ਮੇਰੇ ਤੋਂ ਪੁੱਛ ਕੇ ਤਾਂ ਨਹੀਂ ਬਣਾਇਆ ਸੀ ਨਾ ਜੀ। ਮੈਂ ਮੰਨ ਲਓ ਮੈਂ ਸਿਆਸੀ ਲਾਭ ਲੈਣ ਵਾਸਤੇ ਇਹੀ ਕਹਿੰਦੇ ਨੇ ਕਿ ਸਿਆਸੀ ਲਾਭ, ਮੈਂ ਕਿਹੜਾ ਸਿਆਸੀ ਲਾਭ? ਮੈਂ ਤਾਂ ਬਾਰ-ਬਾਰ ਬੋਲਦਾ ਹਾਂ ਕਿ ਬਰਗਾੜੀ ਮੁੱਦਾ, ਕੋਟ ਕਪੂਰਾ ਮੁੱਦਾ, ਬਹਬਲ ਕਲਾ ਮੁੱਦਾ, ਇਸ ਮੁੱਦੇ ਦੇ ਉੱਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਮੈਂ 13 ਅਪ੍ਰੈਲ 2021 ਨੂੰ ਫੇਸਬੁੱਕ ਪੋਸਟ ਪਾਇਆ ਸੀ। ਮੈਂ ਕਿਹਾ ਕਿ ਇਸ ਮੁੱਦੇ ਨੂੰ ਨਾ ਗਿਰਲੇਮਰਾਈਜ਼ ਕੀਤਾ ਜਾਵੇ, ਨਾ ਹੀ ਪੋਲੀਟੀਸਾਈਜ਼ ਕੀਤਾ ਜਾਵੇ। ਇਹ ਸਾਰੇ ਹੀ ਲੀਡਰ ਇਹੀ ਗੱਲ ਕਹਿੰਦੇ ਨੇ ਕਿ ਇਸ ਮੁੱਦੇ ਦੇ ਉੱਪਰ ਸਿਆਸਤ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਦੇ ਸਾਰੇ ਲੇਕਿਨ ਲੀਡਰਾਂ ਨੇ ਦੇਖੋ ਤਾਂ ਕਹਿ ਦਿੱਤਾ, ਅਕਾਲੀ ਦਲ ਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਮੁੱਦੇ ਦੇ ਬਾਰੇ। ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਸੁਣੋ, ਜਿਹੜਾ ਇਸ ਦੇ ਉੱਪਰ ਸਿਆਸਤ ਕਰੇ। ਮੇਰੀ ਗੱਲ ਸੁਣੋ। ਅਕਾਲੀ ਦਲ ਨੂੰ ਇਸ ਮੁੱਦੇ ਦੇ ਉੱਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਅਕਾਲੀ ਦਲ ਨੂੰ ਇਸ ਮੁੱਦੇ ਦੇ ਉੱਤੇ ਬੋਲਣ ਦਾ ਅਧਿਕਾਰ ਨਹੀਂ ਹੈ, ਕਿਉਂਕਿ ਬੇਅਦਬੀ ਦੀ ਜਿਹੜੀ ਘਟਨਾ ਹੋਈ, ਇੱਕ ਨਹੀਂ ਸੈਂਕੜੇ ਇਨਸੀਡੈਂਟ ਹੋਏ ਜੀ ਬੇਅਦਬੀ ਦੇ, ਉਹ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਹੋਏ। ਗੋਲੀ ਚਲੀ ਕੋਟਕਪੂਰਾ ਦੇ ਵਿੱਚ, ਅਕਾਲੀ ਦਲ ਦੀ ਸਰਕਾਰ ਦੇ ਵਿੱਚ। ਬਹਬਲ ਕਲਾਂ ਦੇ ਵਿੱਚ ਫਾਇਰਿੰਗ ਹੋਈ, ਉਹ ਵੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ। ਉਹਨਾਂ ਦੇ ਕੋਲ ਮੌਕਾ ਸੀਗਾ। ਇੱਕ ਤਾਂ ਉਹ ਇਨਸੀਡੈਂਟ ਹੋਣਾ ਨਹੀਂ ਚਾਹੀਦਾ ਸੀ, ਉਹ ਇਨਸੀਡੈਂਟ ਹੋਣਾ ਨਹੀਂ ਚਾਹੀਦਾ ਸੀ। ਜੇਕਰ ਪੰਥਕ ਸਰਕਾਰ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਗੀਤਾ ਔਰ ਰਾਮਾਇਣ ਦੀ ਬੇਅਦਬੀ ਹੋ ਰਹੀ ਹੈ, ਔਰ ਪਵਿੱਤਰ ਬਾਈਬਲ ਤੇ ਕੁਰਾਨ ਸ਼ਰੀਫ ਦੀ ਬੇਅਦਬੀ ਹੋ ਰਹੀ ਹੈ। ਸਾਰੇ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਹੋ ਰਹੀ ਹੈ, ਔਰ ਸਰਕਾਰ ਪੰਥਕ ਹੈ। ਠੀਕ ਹੈ ਕਿ ਨਹੀਂ? ਪੰਥਕ ਸਰਕਾਰ ਹੋਵੇ ਨਾ ਜੀ, ਤਾਂ ਫਿਰ ਜੋ ਬੇਅਦਬੀ ਦੀ ਕੋਈ ਘਟਨਾ ਹੋਣੀ ਨਹੀਂ ਚਾਹੀਦੀ ਹੈ। ਜੇਕਰ ਹੋ ਵੀ ਗਈ ਨਾ, ਇੱਕ ਘਟਨਾ ਵਾਪਰ ਗਈ ਨਾ, ਤਾਂ ਉਸ ਤੋਂ ਬਾਅਦ ਇੰਨੀ ਸਖਤੀ ਦੇ ਨਾਲ ਨਿਪਟਣਾ ਚਾਹੀਦਾ ਸੀ ਕਿ ਹੋਰ ਦੁਬਾਰਾ ਕੋਈ ਨਾ ਹੋਵੇ ਜੀ। ਤਾਂ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਹੋਇਆ, ਫਿਰ ਬਰਗਾੜੀ ਦੇ ਵਿੱਚ ਹੋਇਆ, ਫਿਰ ਥਾਂ ਥਾਂ 'ਤੇ ਸਾਰਾ ਕੁਝ ਹੋਇਆ। ਕਲਾਨੌਰ ਦੇ ਵਿੱਚ ਦੇਖੋ ਰਾਮਾਇਣ ਔਰ ਗੀਤਾ ਦੀ ਬੇਅਦਬੀ ਹੋਈ, ਕਈ ਥਾਵਾਂ 'ਤੇ ਪਰਚੇ ਵੀ ਇਹਨਾਂ ਨੇ ਨਹੀਂ ਦਰਜ ਕੀਤੇ। ਤਾਂ ਮੈਂ ਇਹੀ ਕਹਿੰਦਾ ਕਿ ਸਰਕਾਰ ਜਦੋਂ ਪੰਥਕ ਹੋਵੇ ਔਰ ਬੀਜੇਪੀ ਨਾਲ ਹੋਵੇ ਉਸ ਪਾਰਟੀ ਦੇ ਵਿੱਚ, ਫਿਰ ਵੀ ਬੇਅਦਬੀ ਹੋ ਰਹੀ ਹੈ। ਤੇ ਇਸ ਕਰਕੇ ਮੈਂ ਕਹਾਂਗਾ ਕਿ ਅਕਾਲੀ ਦਲ ਨੂੰ ਇਸ ਮੁੱਦੇ ਦੇ ਉੱਤੇ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਬੀਜੇਪੀ ਨੂੰ ਵੀ ਇਸ ਮੁੱਦੇ ਦੇ ਉੱਤੇ ਬੋਲਣ ਦਾ ਅਧਿਕਾਰ ਨਹੀਂ ਹੈ। ਕਾਂਗਰਸ ਦੀ ਸਰਕਾਰ ਆਈ ਸੀ, ਸੁਣੋ, ਕੈਪਟਨ ਸਾਹਿਬ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਬੋਲਦੇ ਸੀਗੇ ਕਿ ਮੈਂ 4 ਹਫ਼ਤੇ ਦੇ ਵਿੱਚ ਆ ਕਰ ਦੂੰ, 4 ਹਫ਼ਤੇ ਦੇ ਵਿੱਚ ਆ ਕਰ ਦੂੰ। ਤਾਂ ਉਹ ਆ ਕੇ ਦੋਸ਼ੀਆਂ ਦੇ ਨਾਲ ਉਹਨਾਂ ਨੇ ਹੱਥ ਮਿਲਾ ਲਿਆ ਜੀ, ਹੱਥ ਮਿਲਾ ਲਿਆ ਕੈਪਟਨ ਸਾਹਿਬ ਨੇ। ਤਾਂ ਜੋ ਕੁਝ ਵੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਨਾ ਜੀ, ਉਸ ਕਾਰਗੁਜ਼ਾਰੀ ਨੂੰ ਤੁਸੀਂ ਦੇਖੋ। ਤਾਂ ਮੈਂ ਇਹੀ ਕਹਾਂਗੀ ਪੰਜਾਬ ਦੇ ਜਿਹੜੇ ਲੋਕ ਨੇ ਉਹ ਠੱਗੇ ਜਾ ਰਹੇ ਨੇ ਜੀ। ਪੋਲੀਟੀਸ਼ੀਅਨਾਂ ਦੀ ਪ੍ਰਾਪਰਟੀ ਬਾਹਰਲੇ ਮੁਲਕਾਂ ਦੇ ਵਿੱਚ ਦੇਖੋ, ਤੁਸੀਂ ਆਪੇ ਪਤਾ ਕਰਾਓ। ਸਰਕਾਰ ਆਮ ਆਦਮੀ ਪਾਰਟੀ ਦੀ ਆਏਗੀ, ਫਿਰ ਅਸੀਂ ਦੱਸਾਂਗੇ ਲੋਕਾਂ ਨੂੰ ਕਿ ਦੇਖੋ ਆਪੇ ਇਨਕੁਆਇਰੀ ਕਰੋ ਤੇ ਆਪੇ ਪਤਾ ਕਰੋ ਕਿ ਇਹਨਾਂ ਪੋਲੀਟੀਸ਼ੀਅਨਾਂ ਦੀ ਪ੍ਰਾਪਰਟੀ ਬਾਹਰ ਇੰਨੀ ਜ਼ਿਆਦਾ ਕਿਉਂ ਹੈ ਜੀ। ਸਾਰਿਆਂ ਦੇ ਬੱਚੇ PR ਲੈ ਕੇ ਬਾਹਰ ਕਿਸ ਤਰ੍ਹਾਂ ਬੈਠੇ ਹੋਏ ਨੇ, ਲੋਕਾਂ ਦਾ ਪੈਸਾ ਉਧਰ ਹਜਮ ਕਰ ਰਹੇ ਨੇ। ਠੀਕ ਹੈ ਕਿ ਨਹੀਂ? ਤੇ ਇਸ ਤਰ੍ਹਾਂ ਦੀ ਹੁਣ ਰਾਜਨੀਤੀ ਨਹੀਂ ਚੱਲਣੀ ਹੈ। ਤੇ ਇਹਨਾਂ ਦੀ ਰਾਜਨੀਤੀ ਐਕਸਪੋਜ਼ ਹੋ ਚੁੱਕੀ ਹੈ। ਜਨਤਾ ਹੁਣ ਸਮਝ ਗਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆ ਲੈਣ ਦਿਓ। ਮਤਲਬ ਤਲਖੀ ਬਹੁਤ ਹੈ, ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ ਰਹੀ ਹੈ ਤੇ ਕੁਛ ਨਾ ਕੁਛ ਬੋਲੀ ਜਾਂਦੇ ਨੇ। ਇਹਨਾਂ ਦੇ ਬੋਲਣ ਦਾ ਕੋਈ ਵੈਲਿਊ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਕਹਿੰਦੇ ਹੋ ਆ ਜਾਣੀ ਹੈ, ਜੇਕਰ ਵਾਕਈ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਕੀ
ਉਹ ਲੋਕ ਜਿਹੜੇ ਪਿਛਲੇ ਸਮੇਂ ਤੋਂ ਆਸ ਰੱਖੀ ਬੈਠੇ ਨੇ ਕਿ ਸਾਨੂੰ ਇਨਸਾਫ ਮਿਲੇਗਾ, ਚਾਹੇ ਉਹ ਬੇਅਦਬੀ ਮਾਮਲੇ ਦੇ ਵਿੱਚ ਹੈ, ਚਾਹੇ ਕੋਟਕਪੂਰਾ ਗੋਲੀकांड ਦੇ ਵਿੱਚ ਹੈ, ਚਾਹੇ ਬਹਿਬਲ ਕਲਾ ਗੋਲੀकांड ਦੇ ਵਿੱਚ ਹੈ, ਹੋਰ ਵੀ ਬਹੁਤ ਸਾਰੇ ਮਸਲੇ ਨੇ। ਕੀ ਆਸ ਰੱਖੀ ਜਾਏ ਆਮ ਆਦਮੀ ਪਾਰਟੀ ਤੋਂ ਕਿ ਲੋਕਾਂ ਨੂੰ ਇਨਸਾਫ ਮਿਲੇਗਾ? देखो आम आदमी पार्टी का काम ही है कि लोक पक्षी काम करना जी, जनता वास्ते काम करना, जनता दा शासन, जनता लई शासन, जनता द्वारा शासन। जो कुछ होगा पूरी पारदर्शिता रहेगी, पूरी ट्रांसपेरेंसी रहेगी। और जो डैमेज कैप्टन साहब ने कराया, जो डैमेज अकाली दल की सरकार के दौरान होया, उस डैमेज ਨੂੰ भी ਅਸੀਂ ਅਨਡੂ ਕਰਨ ਦਾ ਪ੍ਰयास ਕਰਾਂਗੇ। ਔਰ ਸਾਡਾ ਇਹੀ ਪ੍ਰयास ਰਹੇਗਾ ਕਿ ਕਾਨੂੰਨ ਦੇ ਮੁਤਾबिक ਛੇਤੀ ਤੋਂ ਛੇਤੀ ਜਲਦ ਇਨਸਾਫ ਦਿਲਵਾਇਆ ਜਾਵੇ। ਇਨਸਾਫ ਦਿਵਾਉਣ ਦੀ ਤੁਸੀਂ ਗੱਲ ਕਰ ਰਹੇ ਹੋ, ਪਰ ਸਰਕਾਰ ਬਣੀ ਨਹੀਂ, ਪਹਿਲਾਂ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ। ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਹੈ, ਉਸ ਦੇ ਉੱਪਰ ਲੋਕ ਕਹਿ ਰਹੇ ਨੇ ਕਿ ਕੇਜਰੀਵਾਲ ਨੇ ਉਹ ਫਾਈਲ ਵਾਪਸ ਮੋੜ ਦਿੱਤੀ, ਰਿਹਾਈ ਨਹੀਂ ਹੋਣ ਦਿੱਤੀ। ਹੁਣ ਤੋਂ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ। ਲੋਕ ਕਹਿੰਦੇ ਨੇ ਕਿ ਜੇ ਕੇਜਰੀਵਾਲ ਇੱਥੇ ਆ ਕੇ ਆਪਣੀ ਸਰਕਾਰ ਬਣਾ ਵੀ ਲੈਂਦੇ ਨੇ ਤਾਂ ਬਾਕੀ ਮਸਲਿਆਂ ਦੇ ਉੱਪਰ ਇਨਸਾਫ ਕਿਵੇਂ ਮਿਲੇਗਾ? ਇਸ ਮਸਲੇ ਦੇ ਉੱਪਰ ਇਨਸਾਫ ਨਹੀਂ ਮਿਲੇਗਾ। ਦੇਖੋ ਸਾਰਿਆਂ ਨੂੰ ਪਤਾ ਹੈ ਕਿ ਦਿੱਲੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਪੰਜਾਬ ਇੱਕ ਸਟੇਟ ਹੈ ਔਰ ਦਿੱਲੀ ਨੂੰ NCT ਕਿਹਾ ਜਾਂਦਾ ਹੈ, ਨੈਸ਼ਨਲ ਕੈਪੀਟਲ ਟੈਰੀਟਰੀ ਦਿੱਲੀ। ਉੱਥੇ ਜੀ 40% ਪਾਵਰ ਹੀ ਦਿੱਲੀ ਸਰਕਾਰ ਦੇ ਕੋਲ ਹੁੰਦਾ ਹੈ। ਉੱਥੇ ਇੱਕ LG ਦਾ ਪੋਸਟ ਹੁੰਦਾ ਹੈ, ਉਹ ਵੀ ਦਿੱਲੀ ਸਰਕਾਰ ਦੇ ਨਾਂ ਤੋਂ ਹੀ ਕੰਮ ਕਰਦੇ ਨੇ। ਲੇਕਿਨ ਤੁਸੀਂ ਦੇਖੇ ਹੋਗੇ ਕਿ ਪਿਛਲੇ ਸਾਲ ਸੰਵਿਧਾਨ ਦੇ ਵਿੱਚ ਇੱਕ ਸੋਧ ਹੋਇਆ, ਉਸ ਦੇ ਵਿੱਚ ਇੱਕ ਲਾਈਨ ਪਾਈ ਗਈ ਕਿ ਦਿੱਲੀ ਸਰਕਾਰ ਦਾ ਮਤਲਬ ਹੋਊਗਾ ਲੈਫਟੀਨੈਂਟ ਗਵਰਨਰ ਦਿੱਲੀ ਦੀ ਸਰਕਾਰ। ਪਿਛਲੇ ਸਾਲ ਹੀ ਸੋਧ ਕੀਤਾ ਗਿਆ ਇਹਦੇ ਵਿੱਚ ਕਿ ਦਿੱਲੀ ਸਰਕਾਰ ਦਾ ਮਤਲਬ ਲੈਫਟੀਨੈਂਟ ਗਵਰਨਰ ਦਿੱਲੀ ਦੀ ਸਰਕਾਰ। ਮੰਨ ਲਓ LG ਦੀ ਸਰਕਾਰ ਹੈ ਉੱਥੇ, ਔਰ ਇਹ ਮਸਲਾ ਵੀ ਦਿੱਲੀ ਦੀ ਜੋ ਸਟੇਟ ਗਵਰਨਮੈਂਟ ਹੈ ਉਸ ਦੇ ਅਖਤਿਆਰ ਖੇਤਰ ਦੇ ਵਿੱਚ ਨਹੀਂ ਆਉਂਦਾ ਹੈ। ਫਾਈਲ ਅੱਜ ਵੀ ਜੋ ਮੈਂ ਪਤਾ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਪੁੱਛਦੇ ਸੀਗੇ ਤਾਂ ਮੈਂ ਪਤਾ ਕਰਾਇਆ ਕਿ ਫਾਈਲ ਕਿੱਥੇ ਹੈ ਜੀ, ਤਾਂ ਫਾਈਲ ਲੈਫਟੀਨੈਂਟ ਗਵਰਨਰ ਸਾਹਿਬ ਦੇ ਦਫ਼ਤਰ ਦੇ ਵਿੱਚ ਪਈ ਹੋਈ। ਲੈਫਟੀਨੈਂਟ ਗਵਰਨਰ ਸਿੱਧਾ ਸੈਂਟਰਲ ਗਵਰਨਮੈਂਟ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ। ਤੁਸੀਂ ਦੇਖੋਗੇ ਕਈ ਮੁੱਦਿਆਂ ਦੇ ਉੱਤੇ ਜੋ ਸਰਕਾਰ ਫੈਸਲੇ ਲੈਂਦੀ ਹੈ ਲੈਫਟੀਨੈਂਟ ਜਨਰਲ ਪਲਟ ਦਿੰਦੇ ਨੇ, ਈਵਨ ਅਫਸਰਾਂ ਦੇ ਟ੍ਰਾਂਸਫਰ ਪੋਸਟਿੰਗ ਨੂੰ ਵੀ ਪਲਟ ਦਿੰਦੇ ਨੇ। ਤੇ ਇਸ ਚੀਜ਼ ਨੂੰ ਹਮੇਸ਼ਾ ਦੋ ਪਾਰਟ ਦੇ ਵਿੱਚ ਦੇਖਿਆ ਜਾਵੇ ਕਿ ਅਰਵਿੰਦ ਕੇਜਰੀਵਾਲ ਦਾ ਉਹਦੇ ਵਿੱਚ ਕੀ ਰੋਲ ਹੈ ਤੇ ਲੈਫਟੀਨੈਂਟ ਜਨਰਲ ਦਾ ਕੀ ਰੋਲ ਹੈ। ਤਾਂ ਗੁੰਮਰਾਹ ਕਰਨ ਵਾਸਤੇ ਦੇਖੋ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਕੈਂਪੇਨ ਚਲਾਇਆ ਹੋਇਆ ਹੈ। ਮੈਂ ਤਾਂ ਇਹੀ ਕਹਾਂ ਕਿ ਲੈਫਟੀਨੈਂਟ ਗਵਰਨਰ ਨੂੰ ਬੋਲ ਕੇ ਤੁਸੀਂ ਆਪਣਾ ਕਰਾ ਲਓ। ਕੁਮਾਰ ਵਿਜੇ ਪ੍ਰਤਾਪ ਜੀ, ਸੋਸ਼ਲ ਮੀਡੀਆ ਤੇ ਹੀ ਨਹੀਂ ਵੱਖ-ਵੱਖ ਜਥੇਬੰਦੀਆਂ ਐਲਾਨ ਕਰ ਰਹੀਆਂ ਨੇ ਕਿ ਜੇਕਰ ਸਾਨੂੰ ਜਵਾਬ ਨਾ ਮਿਲਿਆ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਘੇਰਾਬੰਦੀ ਕਰਾਂਗੇ, ਉਹਨਾਂ ਨੂੰ ਸਵਾਲ ਕਰਾਂਗੇ। ਅੱਛਾ ਦੇਖੋ, ਜਦੋਂ ਉਹਨਾਂ ਨੂੰ ਪਤਾ ਚੱਲ ਜਾਏਗਾ ਕਿ ਇਹ ਚਾਲ ਹੈ ਇਹਨਾਂ ਦੀ ਤੇ ਉਹ ਅਰਵਿੰਦ ਕੇਜਰੀਵਾਲ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੀ ਨਹੀਂ। ਠੀਕ ਹੈ ਕਿ ਨਹੀਂ? ਉਹ ਫਾਈਲ LG ਦੇ ਕੋਲ ਹੈ, LG ਉਹ ਸਾਰਾ ਕੁਝ ਡੀਲ ਕਰ ਰਹੇ ਨੇ। ਤਾਂ ਇਹਨਾਂ ਨੂੰ ਜਦੋਂ ਪਤਾ ਚੱਲ ਜਾਏਗਾ ਤਾਂ ਆਪੇ ਸਾਰਾ ਮੈਟਰ ਕਲੀਅਰ ਹੋ ਜਾਣਾ ਹੈ। ਮੈਂ ਤਾਂ ਇਹ ਵੀ ਬੇਨਤੀ ਕੀਤੀ ਦਿੱਲੀ ਸਰਕਾਰ ਦੇ ਵਿੱਚ ਜੋ ਉੱਥੇ ਦੇ ਮੰਤਰੀ ਨੇ ਜਾਂ ਉੱਥੇ ਦੇ ਜਿਹੜੇ MLA ਇੱਧਰ ਆਉਂਦੇ ਨੇ ਕਿ ਤੁਸੀਂ ਸਾਰਾ ਕੁਝ ਸਿਸਟਮ ਇੱਕ ਵਾਰ ਉਹ ਕਰ ਦਿਓ, ਪਤਾ ਲੱਗ ਜਾਵੇ ਕਿ ਹਾਂ ਉਹ ਉਹਨਾਂ ਦੇ ਕੋਲ ਹੈ, ਇਹਨਾਂ ਦੇ ਅਖਤਿਆਰ ਖੇਤਰ ਦੇ ਵਿੱਚ ਹੈ ਹੀ ਨਹੀਂ। ਤਾਂ ਇਸ ਕਰਕੇ ਦੇਖੋ ਇਸ ਮੁੱਦੇ ਨੂੰ ਮਤਲਬ ਰਾਜਨੀਤਿਕ ਰੰਗਤ ਦੇ ਕੇ ਇਲੈਕਸ਼ਨ ਦੇ ਟਾਈਮ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਇਹ ਸਾਰਾ ਕੁਝ ਕੀਤਾ? 6 ਮਹੀਨਾ ਪਹਿਲਾਂ ਕਿਉਂ ਨਹੀਂ ਕਿਹਾ ਕੁਝ? 1 ਸਾਲ ਪਹਿਲਾਂ ਕਿਉਂ ਨਹੀਂ ਉਹਨਾਂ ਨੇ ਕੁਝ ਕਿਹਾ? ਇਹਨਾਂ ਲੀਡਰਾਂ ਨੇ ਜਦੋਂ ਇਲੈਕਸ਼ਨ ਨਜ਼ਦੀਕ ਆਇਆ ਸੋਸ਼ਲ ਮੀਡੀਆ ਤੇ ਕੈਂਪੇਨ ਚਲਾ ਦਿਓ ਜੀ। ਔਰ ਆਮ ਆਦਮੀ ਪਾਰਟੀ ਨੂੰ ਕਿਉਂਕਿ ਉੱਥੇ ਸਰਕਾਰ ਹੈ, ਸਾਰਿਆਂ ਨੂੰ ਪਤਾ ਹੈ। ਦਿੱਲੀ ਦੀ ਸਰਕਾਰ ਦੇ ਕੋਲ ਐਜੂਕੇਸ਼ਨ ਹੈ, ਦਿੱਲੀ ਸਰਕਾਰ ਦੇ ਕੋਲ ਹੈਲਥ ਦਾ ਹੈ। ਤਾਂ ਤੁਸੀਂ ਦੇਖੋ ਹੈਲਥ ਦਾ ਇੱਕ ਮਾਡਲ ਬਣ ਗਿਆ ਹੈ, एजुकेशन का मॉडल बन गया है। दिल्ली सरकार दे कोल लॉ एंड ऑर्डर नहीं है, पुलिस नहीं है, पुलिसिंग सिस्टम नहीं है और ये मसला ही लॉ एंड ऑर्डर का है। ठीक है कि नहीं? आज भी पुलिस का जोड़ा सिस्टम होंदा है ना, होम डिपार्टमेंट है ही नहीं, इन्हां दे कोल नहीं है। वो LG के अंडर डायरैक्ट होंदा है और वो सेंट्रल होम मिनिस्ट्री तो डायरैक्ट मतलब वो शासित होंदा है। सवाल इस गल ते उठाया जा रहा है कि अरविंद केजरीवाल दिल्ली मॉडल ਨੂੰ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਗੱਲ ਕਰ ਰਹੇ ਨੇ, ਪਰ ਪੰਜਾਬ ਦੀਆਂ ਸਮੱਸਿਆਵਾਂ ਕੁਝ ਹੋਰ ਨੇ, ਪੰਜਾਬ ਦੇ ਮੁੱਦੇ ਕੁਝ ਹੋਰ ਵੀ ਨੇ। ਇਹ ਕਿਹਾ ਜਾ ਰਿਹਾ ਹੈ ਕਿ ਪਾਣੀਆਂ ਦਾ ਮੁੱਦਾ ਹੈ, ਉਸ ਦੇ ਉੱਪਰ ਅਰਵਿੰਦ ਕੇਜਰੀਵਾਲ ਅੱਛਾ ਮੇਰੀ ਗੱਲ ਸੁਣੋ, ਮੁੱਦਾ ਇਹੀ ਤਾਂ ਮੁੱਦਾ ਹੈ। ਦੇਖੋ ਜਦੋਂ ਅਕਾਲੀ ਦਲ ਪਾਵਰ ਦੇ ਵਿੱਚ ਹੁੰਦਾ ਹੈ ਪਾਣੀਆਂ ਦਾ ਕੋਈ ਮੁੱਦਾ ਨਹੀਂ ਹੁੰਦਾ ਹੈ, ਕਾਂਗਰਸ ਪਾਰਟੀ ਪਾਵਰ ਦੇ ਵਿੱਚ ਹੁੰਦੀ ਹੈ ਤਾਂ ਪਾਣੀਆਂ ਦਾ ਕੋਈ ਮੁੱਦਾ ਨਹੀਂ ਹੁੰਦਾ ਹੈ। एक समा वो भी आया सी जदों उधर वाजपेयी साहब की सरकार सीगी और वाजपेयी साहब सारा कुछ
ਬਾਦਲ ਸਾਹਿਬ ਤੇ ਛੱਡ ਦਿੰਦੇ ਸੀ ਕਿ ਜੋ ਕਰਾਣਾ ਹੈ ਤੁਸੀਂ ਕਰਾ ਲਓ। ਚੰਡੀਗੜ੍ਹ ਲੈ ਵੀ ਲੈਣਾ ਚਾਹੀਦਾ ਸੀ ਉਦੋਂ, ਜਦੋਂ ਸਾਰਾ ਪਾਵਰ ਹੀ ਬਾਦਲ ਸਾਹਿਬ ਦੇ ਕੋਲ ਸੀ। ਜਦੋਂ ਬਾਦਲ ਸਾਹਿਬ ਦੇ ਕੋਲ ਪਾਵਰ ਸੀ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਪਾਣੀਆਂ ਦਾ ਮਸਲਾ ਵੀ ਹੱਲ ਕਰਾ ਦਿੰਦੇ, ਚੰਡੀਗੜ੍ਹ ਜੋ ਰਾਜਧਾਨੀ ਹੈ ਉਹ ਮਸਲਾ ਵੀ ਹੱਲ ਕਰਾ ਦਿੰਦੇ। ਜਦੋਂ ਪਾਵਰ ਚਲੀ ਗਈ ਤਾਂ ਪਾਣੀਆਂ ਦਾ ਮੁੱਦਾ ਆ ਜਾਂਦਾ ਹੈ। ਪਾਣੀਆਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਕਲੀਅਰ ਕੱਟ ਸਟੈਂਡ ਹੈ ਔਰ ਉਹ ਜੋ ਹੈ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਉਸ ਹਿਸਾਬ ਦੇ ਨਾਲ ਹੋਊਗਾ। ਰਹੀ ਗੱਲ ਮੁੱਦਾ, ਪੰਜਾਬ ਦੇ ਵਿੱਚ ਜੋ ਮੁੱਦਾ ਹੈ ਨਾ ਔਰ ਜੋ ਪ੍ਰੋਬਲਮਸ ਨੇ, ਸਭ ਤੋਂ ਵੱਡਾ ਮੁੱਦਾ ਹੈ ਬੇਰੁਜ਼ਗਾਰੀ ਦਾ ਤੇ ਕਰਪਸ਼ਨ ਦਾ। ਬੇਰੁਜ਼ਗਾਰੀ ਤੇ ਕਰਪਸ਼ਨ, ਰੋਜ਼ਗਾਰ ਦੇ ਨਾਂ 'ਤੇ ਲੀਡਰਾਂ ਦੇ ਪੁੱਤਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਨੌਕਰੀ ਦਿੱਤੀ ਜਾਂਦੀ ਹੈ ਔਰ ਜੋ ਕਰਪਸ਼ਨ ਹੈ ਇਸ ਤਰੀਕੇ ਦੇ ਨਾਲ ਹੋਇਆ ਹੈ ਕਿ ਡੈਮੋਕ੍ਰੇਸੀ ਨੂੰ ਹੀ ਕਰਪਟ ਕਰ ਦਿੱਤਾ ਗਿਆ ਹੈ। ਜੋ ਗਰੀਬ ਲੋਕ ਨੇ ਉਹ ਇੱਕ ਦਿਨ ਵਾਸਤੇ ਮਾਲਿਕ ਬੰਦੇ ਨੇ। ਜਦੋਂ ਇਲੈਕਸ਼ਨ ਹੁੰਦਾ ਹੈ ਉਹ ਵੀ 500-700 ਦੇ ਵਿੱਚ ਉਹਨਾਂ ਦੀ ਕੀਮਤ ਲਗਾਈ ਜਾਂਦੀ ਹੈ, ਵੱਧ ਤੋਂ ਵੱਧ 1000 ਰੁਪਏ ਦੇ ਵਿੱਚ। ਗਰੀਬ ਲੋਕਾਂ ਦੇ ਧਰਮ ਤੇ ਈਮਾਨ ਦੀ ਕੀਮਤ 1500 ਰੁਪਏ ਦੇ ਵਿੱਚ ਲਗਾਈ ਜਾਂਦੀ ਹੈ। ਤੇ ਇਹ ਸਿਸਟਮ ਹੀ ਬਦਲਣਾ ਹੈ ਔਰ ਸਭ ਤੋਂ ਵੱਡਾ ਮੁੱਦਾ ਅੱਜ ਪੰਜਾਬ ਦੇ ਵਿੱਚ ਇਹੀ ਹੈ ਕਿ ਗਰੀਬ ਲੋਕਾਂ ਦੇ ਧਰਮ ਤੇ ਈਮਾਨ ਦੀ ਕੀਮਤ ਨਹੀਂ ਲੱਗਣੀ ਚਾਹੀਦੀ। ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਦੇ ਮੌਕੇ ਦੇ ਉੱਪਰ ਹੀ ਇਹ ਮੁੱਦੇ ਉਠਾਏ ਜਾਂਦੇ ਨੇ, ਆਰੋਪ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਤਰ੍ਹਾਂ ਦੇ। ਪਾਣੀਆਂ ਦੇ ਮੁੱਦੇ ਦੀ ਗੱਲ ਉਠਾਈ ਜਾ ਰਹੀ ਹੈ ਕਿਉਂਕਿ ਇਲੈਕਸ਼ਨ ਹੈ, ਪਰ ਦੂਜੇ ਪਾਸੇ ਹੁਣ ਬਿਕਰਮਜੀਤ ਸਿੰਘ ਮਜੀਠੀਆ ਹੈ, ਉਹਨਾਂ ਦਾ ਕੇਸ ਖੁੱਲਿਆ, ਜ਼ਮਾਨਤ ਅਰਜ਼ੀ ਰੱਦ ਹੋ ਗਈ। ਅਕਾਲੀ ਦਲ ਵੀ ਤਾਂ ਇਹੀ ਕਹਿ ਰਿਹਾ ਕਿ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਬਿਕਰਮਜੀਤ ਸਿੰਘ ਮਜੀਠੀਆ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ। ਦੇਖੋ, ਜੋ ਨਸ਼ਿਆਂ ਦਾ ਮੁੱਦਾ ਹੈ ਨਾ, ਉਹ ਮੁੱਦਾ ਬਹੁਤ ਪੁਰਾਣਾ ਮੁੱਦਾ ਹੈ ਤੇ ਜੋ ਮੁਕੱਦਮਾ ਦਰਜ ਕੀਤਾ ਗਿਆ ਇਹ ਵੀ ਆਪਸੀ ਸਹਿਮਤੀ ਦੇ ਨਾਲ ਜਾਰੀ ਕੀਤਾ ਗਿਆ। ਪਤਾ ਨਹੀਂ ਉਹਦੇ ਵਿੱਚ ਬਿਕਰਮ ਮਜੀਠੀਆ ਦੀ ਸਹਿਮਤੀ ਸੀਗੀ ਜਾਂ ਨਹੀਂ ਸੀਗੀ, ਲੇਕਿਨ ਜੋ ਸਾਨੂੰ ਪਤਾ ਲੱਗਿਆ ਹੈ, ਕਿਉਂਕਿ ਮੈਂ ਪੁਲਿਸ ਸਿਸਟਮ ਦਾ ਇੱਕ ਹਿੱਸਾ ਰਹਿ ਚੁੱਕਿਆ ਹਾਂ, ਕਿ ਅਕਾਲੀ ਦਲ ਦੀ ਸਹਿਮਤੀ ਹੈ ਇਹਦੇ ਵਿੱਚ। ਅਕਾਲੀ ਦਲ ਦੀ ਇਹਦੇ ਵਿੱਚ ਸਹਿਮਤੀ ਹੈ। ਕੋਈ ਨਾ ਕੋਈ ਵੱਡਾ ਲੀਡਰ ਇਹਦੇ ਵਿੱਚ ਮਤਲਬ ਪਰਚਾ ਕਰਾਉਣ ਦੇ ਵਿੱਚ ਵੀ ਉਹਦੀ ਸ਼ਮੂਲੀਅਤ ਹੈ। ਅਬ ਪਤਾ ਨਹੀਂ ਇਹ ਕਿਹੜਾ ਫਾਇਦਾ ਲੈਣਾ ਚਾਹੁੰਦੇ ਨੇ, ਕੀ ਕਰਨਾ ਚਾਹੁੰਦੇ ਨੇ। ਇਹ ਤਾਂ ਜਨਤਾ ਪਹਿਲਾਂ ਦੇ ਤਾਂ ਇਹਨਾਂ ਨੇ ਜਨਤਾ ਦੇ ਵਿੱਚ ਵਾਹਵਾਹੀ ਲੁੱਟਣ ਦੀ ਕੋਸ਼ਿਸ਼ ਕੀਤੀ। ਅਸੀਂ ਮੁਕੱਦਮਾ ਦਰਜ ਕਰਾਏ ਜੀ, ਮੁਕੱਦਮਾ ਦਰਜ ਕਰਾਏ। 5 ਸਾਲ ਬੀਤ ਗਏ, ਫਿਰ ਤੁਸੀਂ ਮੁਕੱਦਮਾ ਦਰਜ ਕਰਵਾ ਰਹੇ ਹੋ, ਫਿਰ ਇੰਟਰਿਮ ਜ਼ਮਾਨਤ ਤੁਸੀਂ ਦੇ ਰਹੇ ਹੋ। ਤੇ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਨਾ, ਆਪਸ ਦੇ ਵਿੱਚ ਸਹਿਮਤੀ ਦੇ ਨਾਲ ਹੋ ਰਿਹਾ ਹੈ। ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਸਰਕਾਰ ਸੀਗੀ ਉਦੋਂ ਵੀ ਸਿੱਧੂ ਸਾਹਿਬ ਨੇ ਕਿਹਾ ਸੀ ਕਿ 75-25 ਦੀ ਸਰਕਾਰ ਚੱਲ ਰਹੀ ਹੈ। ਔਰ ਹੁਣ ਜਦੋਂ ਸਿੱਧੂ ਸਾਹਿਬ ਦੀ ਸਰਕਾਰ ਆਈ ਹੈ ਜਾਂ ਚੰਨੀ ਸਾਹਿਬ ਦੀ ਸਰਕਾਰ ਆਈ ਹੈ ਤਾਂ ਸਾਨੂੰ ਇਹ ਲੱਗ ਰਿਹਾ ਹੈ ਕਿ 25-75 ਦੀ ਸਰਕਾਰ ਚੱਲ ਰਹੀ ਹੈ। 25-75 ਦੀ ਸਰਕਾਰ ਚੱਲ ਰਹੀ ਹੈ। ਤੇ ਇਹ ਸਰਕਾਰ ਜਿਹੜੀ ਹੈ ਇਹ ਆਪਸੀ ਸਹਿਮਤੀ ਦੇ ਨਾਲ ਚੱਲ ਰਹੀ ਹੈ। ਤੇ ਜਿੰਨੇ ਵੀ ਸਟੈਪ ਲਏ ਜਾ ਰਹੇ ਨੇ, ਇਹ ਮੁਕੱਦਮਾ ਵੀ ਜੋ ਦਰਜ ਕੀਤਾ ਗਿਆ ਹੈ ਨਾ, ਆਪਸ ਦੇ ਵਿੱਚ ਕੋਈ ਇਹਨਾਂ ਦਾ ਹੋਇਆ ਹੈ ਤਾਲਮੇਲ, ਉਸ ਹਿਸਾਬ ਦੇ ਨਾਲ ਕੀਤਾ ਗਿਆ ਹੈ। ਮੈਨੂੰ ਨਹੀਂ ਪਤਾ ਕਿ ਬਿਕਰਮ ਮਜੀਠੀਆ ਨੂੰ ਇਸ ਬਾਰੇ ਪਤਾ ਹੈ ਕਿ ਨਹੀਂ ਪਤਾ ਹੈ। ਤੇ ਮਤਲਬ ਪੋਲੀਟੀਸਾਈਜੇਸ਼ਨ ਹਰ ਮੁੱਦੇ ਦਾ ਹੁੰਦਾ ਹੈ, ਡਰੱਗਸ ਦਾ ਵੀ ਹੋਇਆ ਹੈ। ਇਹ ਕੰਮ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਜੇਕਰ ਕੋਈ ਗਰੀਬ ਬੰਦਾ ਹੁੰਦਾ ਨਾ ਜਾਂ ਆਮ ਪਬਲਿਕ ਦਾ ਕੋਈ ਬੰਦਾ ਹੁੰਦਾ ਤਾਂ ਬਹੁਤ ਪਹਿਲਾਂ ਮੁਕੱਦਮਾ ਵੀ ਦਰਜ ਹੋ ਜਾਣਾ ਸੀ, ਸਜ਼ਾ ਵੀ ਹੋ ਜਾਣੀ ਸੀ, ਜਾਂ ਜੋ ਵੀ ਫੈਸਲਾ ਆਣਾ ਸੀ ਉਹ ਫੈਸਲਾ ਹੋ ਜਾਣਾ ਸੀ। ਲੇਕਿਨ ਮੈਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਜੋ FIR ਦਰਜ ਹੋਈ ਹੈ, FIR ਦੇ ਵਿੱਚ ਜੋ ਇਲਜ਼ਾਮ ਲਗਾਏ ਗਏ ਨੇ ਉਹ ਇਲਜ਼ਾਮ ਬਹੁਤ ਸਖਤ ਲਗਾਏ ਗਏ ਨੇ। ਠੀਕ ਹੈ, ਤੇ ਇਸ ਕਰਕੇ ਇਸ ਮੁੱਦੇ ਨੂੰ ਰਾਜਨੀਤੀ ਤੋਂ ਬਾਹਰ ਰੱਖਣਾ ਚਾਹੀਦਾ ਹੈ। ਮੈਰਿਟ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਹੈ ਔਰ ਜੋ ਦੋਸ਼ੀ ਹੈ ਦੋਸ਼ੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਆਖਰੀ ਸਵਾਲ ਕਰਦਾ, ਬੜੀ ਚਰਚਾ ਇਸ ਗੱਲ ਦੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਦੇ ਅਫਸਰ ਹੁੰਦਿਆਂ ਹੋਇਆਂ ਗੈਂਗਸਟਰਾਂ ਨੂੰ ਪੂਰਾ ਨਕੇਲ ਕੱਸ ਕੇ ਰੱਖਦੇ ਸੀ, ਅੱਜ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ। ਜੇਕਰ ਧਮਕੀਆਂ ਆ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਹੈ ਇਲੈਕਸ਼ਨ ਦਾ ਸਮਾਂ ਹੈ, ਸਾਰੇ ਨੇਤਾ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਕਿਸੇ ਦੇ ਇਸ਼ਾਰੇ ਤੇ ਆ ਰਹੀਆਂ ਨੇ, ਕੀ ਵਜ੍ਹਾ ਹੈ? ਦੇਖੋ, ਹੁੰਦਾ ਕੀ ਹੈ, ਪਿਛਲਾ ਵੀ ਇਲੈਕਸ਼ਨ ਸੀ ਤਾਂ ਨਾਭਾ ਜੇਲ੍ਹ ਬ੍ਰੇਕ ਕਰਵਾਇਆ ਗਿਆ ਸੀ ਜੀ। ਨਾਭਾ ਜੇਲ੍ਹ ਬ੍ਰੇਕ ਮੈਕਸਿਮਮ ਸਿਕਿਉਰਿਟੀ ਜੇਲ੍ਹ ਹੈ। ਮੈਕਸਿਮਮ ਸਿਕਿਉਰਿਟੀ, ਉਸ ਤੋਂ ਜ਼ਿਆਦਾ ਸਿਕਿਉਰ ਜੇਲ੍ਹ ਹੈ ਹੀ ਨਹੀਂ ਪੰਜਾਬ ਦੇ ਵਿੱਚ। ਤਾਂ ਤੁਸੀਂ ਦੇਖੋਗੇ ਜੇਕਰ ਜੇਲ੍ਹ ਬ੍ਰੇਕ ਹੋਇਆ ਤਾਂ ਕੁਛ ਨਾ ਕੁਛ ਤਾਂ ਮਤਲਬ ਸੀਗਾ ਨਾ, ਉਹ ਕਰਾਇਆ ਗਿਆ ਸੀ, ਹੋਇਆ ਨਹੀਂ ਸੀ। ਦੇਖੋ, ਕ੍ਰਿਮੀਨਲ ਇੰਨੇ ਜ਼ਿਆਦਾ ਮਜ਼ਬੂਤ ਨਹੀਂ ਹੁੰਦੇ, ਉਹਨਾਂ ਦੀ ਤਾਕਤ ਜ਼ਿਆਦਾ ਨਹੀਂ ਹੁੰਦੀ ਹੈ। 80,000 ਦੀ ਫੋਰਸ ਹੈ ਪੰਜਾਬ ਪੁਲਿਸ ਦੀ, ਜੇਲ੍ਹ ਡਿਪਾਰਟਮੈਂਟ ਦੀ ਫੋਰਸ ਹੈ। ਤੇ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਜਾ ਕੇ ਮੈਕਸਿਮਮ ਸਿਕਿਉਰਿਟੀ ਜੇਲ੍ਹ ਨੂੰ ਤੋੜ ਕੇ, ਉਹ ਵੀ ਛੁੱਟੀ ਵਾਲੇ ਦਿਨ, ਤੇ ਇਹ ਸਾਰਾ ਕੁਝ ਕਰਾਇਆ ਗਿਆ ਇਲੈਕਸ਼ਨ
मतलब ਦਾ ਸਮਾਂ ਜਦੋਂ ਨਜ਼ਦੀਕ ਆ ਗਿਆ ਤਾਂ ਇਸ ਵਾਰੀ ਵੀ ਇਲੈਕਸ਼ਨ ਆ ਗਿਆ ਹੈ ਤੇ ਇਹ ਕਰਾ ਰਹੇ ਨੇ। ਮੈਨੂੰ ਦੇਖੋ ਟਾਰਗੇਟ ਇਸ ਕਰਕੇ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਨੂੰ ਲੀਡਰਾਂ ਦੇ ਬਾਰੇ ਵੀ ਪਤਾ ਹੈ, ਗੈਂਗਸਟਰਾਂ ਦੇ ਬਾਰੇ ਵੀ ਪਤਾ ਹੈ, ਉਹਨਾਂ ਦੇ ਆਪਸੀ ਸੰਬੰਧਾਂ ਦੇ ਵੀ ਬਾਰੇ ਪਤਾ ਹੈ। ਮੈਂ ਪਿਛਲੇ ਸਾਲ ਇੱਕ ਬਹੁਤ ਵੱਡੀ SIT ਬਣੀ ਸੀ, ਮੁੱਦਾ ਵੀ ਇਹੀ ਸੀਗਾ, ਮਤਲਬ ਗੈਂਗਸਟਰਾਂ ਤੇ ਲੀਡਰਾਂ ਦੇ ਆਪਸੀ ਸੰਬੰਧਾਂ ਦੇ ਬਾਰੇ ਅਸੀਂ ਰਿਪੋਰਟ ਦਿੱਤੀ ਹੋਈ ਹੈ। ਉਸ ਰਿਪੋਰਟ ਨੂੰ ਵੀ ਇਹਨਾਂ ਨੇ ਲੁਕੋ ਕੇ ਰੱਖਿਆ ਹੋਇਆ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਇਸ ਚੀਜ਼ ਦੇ ਬਾਰੇ ਪਤਾ ਹੈ ਤੇ ਇਸ ਕਰਕੇ ਮੈਨੂੰ ਉਸ ਤਰੀਕੇ ਦੇ ਨਾਲ ਧਮਕੀ ਨਹੀਂ ਆਉਂਦੀ ਜਿਸ ਤਰ੍ਹਾਂ ਦੂਜਿਆਂ ਨੂੰ ਆਉਂਦੀ ਹੈ। ਪਹਿਲਾਂ ਬਹੁਤ ਫਰੈਂਡਲੀ ਗੱਲ ਕਰਦੇ ਨੇ ਕਿ ਅਸੀਂ ਵੋਟ ਪਾਵਾਂਗੇ, ਮੈਨੂੰ ਥੋੜ੍ਹਾ ਪਤਾ ਹੁੰਦਾ ਹੈ ਅੱਜ ਇਲੈਕਸ਼ਨ ਦਾ ਟਾਈਮ ਹੈ, ਅਸੀਂ ਹਰੇਕ ਫੋਨ ਕਾਲ ਅਟੈਂਡ ਕਰਦੇ ਹਾਂ। ਅਖੀਰ ਦੇ ਵਿੱਚ ਲੱਗਦਾ ਹੈ ਨਾ ਕਿ ਇਹ ਬੰਦਾ ਗੈਂਗਸਟਰ ਹੈ, ਫਿਰ ਅਖੀਰ ਦੇ ਵਿੱਚ ਉਹ ਵੀ ਬੋਲਦੇ ਨੇ ਅਸੀਂ ਫਲਾਣੇ ਦੇ ਕੇਸਵਾਰ ਹਾਂ ਜੀ, ਫਲਾਣੇ ਦੇ ਕੇਸਵਾਰ ਹਾਂ ਜੀ। ਇਹ ਸੁਣ ਕੇ ਅਸੀਂ ਅੱਕ ਗਏ ਹਾਂ ਜੀ, ਠੀਕ ਹੈ, ਕਿਉਂਕਿ ਫੋਨ ਅਟੈਂਡ ਕਰਨਾ ਹੈ ਲੇਕਿਨ ਇੱਕ ਚਾਲ ਹੁੰਦੀ ਹੈ ਲੀਡਰਾਂ ਦੀ ਤੇ ਉਹ ਕਰਵਾ ਰਹੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਫਰੈਂਡਲੀ ਰਿਲੇਸ਼ਨ ਹੈ। ਜੋ ਧਮਕੀ ਵਾਲਾ ਹੈ ਉਹ ਬਲੈਂਕ ਕਾਲ ਆਉਂਦਾ ਹੈ, ਬਾਅਦ ਦੇ ਵਿੱਚ ਸਾਨੂੰ ਪਤਾ ਚੱਲਦਾ ਹੈ ਕਿ ਇਹ ਫੋਨ ਜੇਲ੍ਹ ਦੇ ਵਿੱਚ ਚੱਲ ਰਿਹਾ ਹੈ, ਠੀਕ ਹੈ ਕਿ ਨਹੀਂ। ਤੇ ਇਹ ਸਾਰੇ ਹੱਥਗੰਡੇ ਰੂਲਿੰਗ ਪਾਰਟੀ ਵਾਲੇ ਜ਼ਿਆਦਾ ਅਪਣਾਉਂਦੇ ਨੇ ਜਿਨ੍ਹਾਂ ਦੇ ਕੋਲ ਜੇਲ੍ਹ ਮਹਿਕਮੇ ਦਾ ਚਾਰਜ ਹੁੰਦਾ ਹੈ, ਪੁਲਿਸ ਮਹਿਕਮੇ ਦਾ ਚਾਰਜ ਹੁੰਦਾ ਹੈ। ਤੇ ਇਹ ਸਾਰਾ ਚੀਜ਼ ਚੱਲਣਾ ਨਹੀਂ ਹੈ ਇਸ ਡੈਮੋਕ੍ਰੇਸੀ ਦੇ ਵਿੱਚ ਔਰ ਆਮ ਜਨਤਾ ਇਸ ਹਰ ਚੀਜ਼ ਦਾ ਜਵਾਬ ਦੇਣ ਵਾਸਤੇ ਹੁਣ ਤਿਆਰ ਬੈਠੀ ਹੈ। ਮੈਂ ਵੀ ਡਰਨ ਵਾਲਾ ਨਹੀਂ ਹਾਂ, ਕੋਈ ਇੱਕ ਫੋਨ ਆ ਜਾਵੇ, ਦੋ ਫੋਨ ਆ ਜਾਵੇ, ਮਤਲਬ ਦੇਖੋ ਇੱਕ ਕਮਜ਼ੋਰੀ ਦਰਸਾਉਂਦੀ ਹੈ ਜੀ ਸਰਕਾਰ ਦੀ ਕਮਜ਼ੋਰੀ ਕਿ ਤੁਸੀਂ ਗੈਂਗਸਟਰਾਂ ਦਾ ਸਹਾਰਾ ਲੈ ਰਹੇ ਹੋ ਲੀਡਰਾਂ ਨੂੰ ਮਤਲਬ ਪਰੇਸ਼ਾਨ ਕਰਨ ਵਾਸਤੇ। ਤੇ ਇਹ ਸਾਰਾ ਚੀਜ਼ ਤੁਸੀਂ ਦੇਖੋਗੇ ਕਿ ਇਹ ਨਹੀਂ ਚੱਲਣਾ ਹੈ 2022 ਦੇ ਇਲੈਕਸ਼ਨ ਦੇ ਵਿੱਚ। ਜਨਤਾ ਹੁਣ ਜਾਗਰੂਕ ਹੋ ਚੁੱਕੀ ਹੈ। ਧੰਨਵਾਦ, ਥੈਂਕ ਯੂ ਜੀ, ਪ੍ਰਤਾਪ ਜੀ, ਤੁਸੀਂ Thank ਸਮਾਂ you, ਕੱਢਿਆ, thank ਗੱਲਬਾਤ you. ਕੀਤੀ, ਬਹੁਤ ਬਹੁਤ ਸ਼ੁਕਰੀਆ। ਇਹ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ਜੋ ਹਮੇਸ਼ਾ ਮੀਡੀਆ ਦੇ ਵਿੱਚ ਕਿਸੇ ਨਾ ਕਿਸੇ ਗੱਲ ਕਰਕੇ ਛਾਏ ਰਹਿੰਦੇ ਨੇ। ਹੁਣ ਮੈਦਾਨ ਦੇ ਵਿੱਚ ਨਿਤਰੇ ਨੇ, ਪਹਿਲੀ ਵਾਰ ਇਲੈਕਸ਼ਨ ਲੜ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਵਿਰੋਧੀਆਂ ਨੂੰ ਚਿੱਤ ਕਰਾਂਗੇ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ। ਲੋਕਾਂ ਨੂੰ ਜੋ ਇਨਸਾਫ ਨਹੀਂ ਮਿਲਿਆ ਉਹ ਇਨਸਾਫ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਮਿਲੇਗਾ। ਹੁਣ ਦੇਖਣਾ ਹੋਏਗਾ ਕਿ ਵਾਕਿਆ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਸੀਟ ਤੋਂ ਜਿੱਤਦੇ ਨੇ। ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ, ਜੇਕਰ ਬਣਦੀ ਹੈ ਤਾਂ ਕੀ ਵਾਕਿਆ ਹੀ ਲੋਕਾਂ ਨੂੰ ਇਨਸਾਫ ਮਿਲੇਗਾ ਜਾਂ ਇਸੇ ਤਰ੍ਹਾਂ ਲਾਰੇ ਰੱਪੇ ਰਹਿਣਗੇ, ਇਹ ਤਾਂ ਭਵਿੱਖ ਦੇ ਵਿੱਚ ਹੀ ਪਤਾ ਲੱਗੇਗਾ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਸ੍ਰੀ ਅੰਮ੍ਰਿਤਸਰ। ਲੋਕ ਸੇਵਾ ਦੇ ਵਿੱਚ ਇਹ ਕੈਂਪ ਲਗਾਇਆ ਗਿਆ। ਲੋਕਾਂ ਦਾ ਕਿਤੇ ਨਾ ਕਿਤੇ, ਜਨਤਾ ਦਾ ਸਰਕਾਰਾਂ ਤੇ ਵੀ ਰੋਸ ਹੈ ਕਿ ਸਿੱਖਿਆ ਤੇ ਸਿਹਤ ਇਹ ਮੁੱਢਲੀਆਂ ਸਹੂਲਤਾਂ ਹੁੰਦੀਆਂ ਨੇ, ਬੁਨਿਆਦੀ ਸਹੂਲਤਾਂ ਹੁੰਦੀਆਂ ਨੇ ਜਿਸ ਤੋਂ ਲੋਕ ਵਾਂਝੇ ਨੇ ਕਿਉਂਕਿ ਸਰਕਾਰਾਂ ਬਣਦੀਆਂ ਨੇ, ਵਾਅਦੇ ਕੀਤੇ ਜਾਂਦੇ ਨੇ ਪਰ ਵਾਅਦੇ ਪੁਕਾਏ ਨਹੀਂ ਜਾਂਦੇ। ਸੋ ਹੁਣ ਇਲੈਕਸ਼ਨ ਦਾ ਵੀ ਸਮਾਂ ਹੈ, ਲੋਕਾਂ ਨੂੰ ਇੱਥੋਂ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਸੋਚ ਸਮਝ ਕੇ ਵੋਟ ਕਰੋ, ਉਹ ਸਰਕਾਰ ਚੁਣੋ ਜਿਹੜੀ ਲੋਕਾਂ ਦੇ ਹੱਕ ਦੀ ਗੱਲ ਕਰੇ। ਕੈਮਰਾਮੈਨ ਪਰਮਿੰਦਰ ਦੇ ਨਾਲ ਰਣਦੀਪ ਸਿੰਘ ਦਾ ਅਨਮਿਊਟ, ਬਨੂੜ।